ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਦੇਖ ਰਹੇ ਹੋ ਸਾਡਾ ਬੇहद ਖਾਸ ਸ਼ੋ ਉਡਾਰੀ ਵਿਦੇਸ਼ਾਂ ਨੂੰ। ਸੋ ਸ਼ੋ ਦੇ ਰਾਹੀਂ ਵਿਦੇਸ਼ ਜਾਣ ਨੂੰ ਲੈ ਕੇ ਚਰਚਾ ਕਰਦੇ ਹੁੰਦੇ ਆ, ਵੱਖ-ਵੱਖ ਮੁੱਦਿਆਂ ਦੇ ਉੱਤੇ ਸਾਡੀ ਗੱਲਬਾਤ ਰਹਿੰਦੀ ਹੈ ਤੇ ਮਾਰਕੀਟ ਦੇ ਭਰੋਸੇਮੰਦ ਕੰਸਲਟੈਂਟ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਹਿੰਦੇ ਆ। ਸੋ ਉਸੇ ਲੜੀ ਨੂੰ ਅੱਗੇ ਤੋਰਦੇ ਇੱਕ ਵਾਰ ਫਿਰ ਤੋਂ ਮੇਰੇ ਨਾਲ ਜੁੜੇ ਨੇ ਸੈਟਲਿੰਗ ਅਬਰੋਡ ਤੋਂ ਮਿਸਟਰ ਨਿਤੇਂਦਰ ਜੀ। ਸਵਾਗਤ ਕਰਦੇ ਹਾਂ ਸਰ ਹੁਣਾਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਠੀਕ ਠਾਕ ਹੋ? ਸਭ ਵਧੀਆ ਜੀ। ਤੁਸੀਂ ਸੋ ਸਾਡੇ ਜਿਹੜੇ ਦਰਸ਼ਕ ਨੇ ਜੀ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਸਕਰੀਨ ਦੇ ਹੇਠਾਂ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੇ ਕਰਦੇ ਪਏ ਹਾਂ। ਸੋ ਮੇਰੀ ਅੱਜ ਦੀ ਬੇਨਤੀ ਸਾਡੇ ਸਾਰੇ ਦਰਸ਼ਕਾਂ ਨੂੰ ਇਹ ਰਹੇਗੀ ਕਿ ਸਟੱਡੀ ਵੀਜ਼ਾ ਨਾਲ ਜੁੜਿਆ ਤੁਹਾਡੇ ਮਨ 'ਚ ਜ਼ਹਿਨ 'ਚ ਕੋਈ ਵੀ ਸਵਾਲ ਹੈ, ਕਾਪੀ ਪੈਨ ਲੈ ਕੇ ਉਹ ਲਿਖ ਲਓ ਸਵਾਲ ਤੇ ਸਾਡੇ ਨਾਲ ਤੁਸੀਂ ਕਾਲ ਕਰਕੇ ਆਪਣਾ ਸਵਾਲ ਸਾਂਝਾ ਕਰਿਓ। ਤੁਹਾਡਾ ਗੈਪ ਹੈਗਾ, ਤੁਸੀਂ ਰਿਫਿਊਜ਼ਲ ਦਾ ਸ਼ਿਕਾਰ ਹੋ ਚੁੱਕੇ ਹੈਗੇ ਹੋ, ਜਾਂ ਫਿਰ ਤੁਹਾਡਾ ਅਕੈਡਮਿਕ ਸਕੋਰ ਵੀਕ ਹੈਗਾ, ਜਾਂ ਫਿਰ ਕੋਈ ਹੋਰ ਪ੍ਰੋਬਲਮ ਹੈਗੀ ਹੈ, ਕੰਟਰੀ ਨੂੰ ਚੂਜ਼ ਕਰਨ ਨੂੰ ਲੈ ਕੇ ਸਵਾਲ ਹੈਗੇ ਨੇ, ਕਾਲਜ ਲੋਕੇਸ਼ਨ ਨੂੰ ਲੈ ਕੇ ਕੋਈ ਵੀ ਕੁਐਰੀ ਹੈਗੀ ਹੈ, ਸਾਡੇ ਨਾਲ ਇਹ ਸਾਰੀਆਂ ਗੱਲਾਂ ਨਾਲ ਜੁੜੇ ਸਵਾਲ ਜਵਾਬ ਤੁਸੀਂ ਚਰਚਾ ਦੇ ਵਿੱਚ ਲੈ ਕੇ ਆ ਸਕਦੇ ਹੋ। ਸੋ ਕੈਨੇਡਾ, ਆਸਟ੍ਰੇਲੀਆ, ਯੂਕੇ ਜਾਣ ਨੂੰ ਲੈ ਕੇ ਖਾਸ ਗੱਲਬਾਤ ਸਾਡੀ ਅੱਜ ਦੀ ਰਹਿਣ ਵਾਲੀ ਹੈ। ਸਭ ਤੋਂ ਪਹਿਲਾਂ ਤਾਂ ਨਿਤੇਂਦਰ, ਇਹਨਾਂ ਸਾਰੀ ਕੰਟਰੀਜ਼ ਦਾ ਮੈਂ ਸਕਸੈਸ ਰੇਸ਼ੋ ਜਾਣਨਾ ਚਾਹੂੰਗੀ ਕਿ ਫਿਲਹਾਲ ਦੇ ਦਿਨਾਂ 'ਚ ਕੰਟਰੀਆਂ ਸਾਰੀਆਂ ਓਪਨ ਨੇ, ਲੇਕਿਨ ਸਕਸੈਸਫੁਲੀ ਵੀਜ਼ਾ ਕੌਣ ਜ਼ਿਆਦਾ ਦੇ ਰਿਹਾ? ਹਾਂ, ਦੇਖੋ ਅੱਜ ਦੇ ਟਾਈਮ 'ਚ ਆਪਾਂ ਗੱਲ ਕਰੇ, ਜਿਹੜਾ ਬੱਚਾ, ਜਿਹੜਾ ਮੇਰੇ ਭੈਣ ਭਰਾ ਬਾਹਰ ਜਾਣਾ ਚਾਹੁੰਦਾ ਹੈ ਜੀ, ਹੈ ਨਾ, ਕੈਨੇਡਾ ਜਾਣਾ ਚਾਹੁੰਦਾ ਹੈ, ਆਸਟ੍ਰੇਲੀਆ ਜਾਣਾ ਚਾਹੁੰਦਾ ਹੈ। ਆਸਟ੍ਰੇਲੀਆ ਇਸ ਟਾਈਮ ਮੇਰੇ ਕੋਲ ਮੈਡਮ 5.5 ਈਚ ਤੇ ਵੀਜ਼ਾ ਹੈ ਜੀ। ਵੀ ਗੈਟ ਸੱਚ ਆਫ ਵੀਜ਼ਾਸ। ਆਸਟ੍ਰੇਲੀਅਨ ਐਮਬੈਸੀ ਇਸ ਟਾਈਮ 40 ਘੰਟੇ ਬੱਚੇ ਨੂੰ ਵਰਕ ਪਰਮਿਟ ਪ੍ਰੋਵਾਈਡ ਕਰ ਰਹੀ ਹੈ ਵਾਈਲ ਸਟੱਡੀ। ਦੇਖੋ ਆਸਟ੍ਰੇਲੀਆ ਮੈਡਮ ਬਹੁਤ ਟਾਈਮ ਤੋਂ ਬੰਦ ਸੀਗਾ ਜੀ। ਉਸ ਦੇ ਬੰਦ ਦੇ ਹੋਣ ਦੀ ਵਜ੍ਹਾ ਨਾਲ ਬੱਚਿਆਂ ਨੇ ਕੈਨੇਡਾ ਅਪਲਾਈ ਕਰਤਾ। ਜਿਨ੍ਹਾਂ ਦੀ ਪ੍ਰੋਫਾਈਲ ਵੀਕ ਸੀਗੀ ਜੀ, 1 ਚ 5.5 ਸੀਗੇ, 2 ਚ 5.5 ਸੀਗੇ, ਉਹਨਾਂ ਬੱਚੇ ਨੇ ਅਪਲਾਈ ਕਰਿਆ ਮੌਂਟਰੀਅਲ, ਕਿਉਂਕਿ ਓਨਟਾਰੀਓ, ਟੋਰਾਂਟੋ ਇਜ਼ ਮੇਨ ਸਿਟੀਜ਼ ਇਨ ਕੈਨੇਡਾ। ਉੱਥੇ ਗਵਰਨਮੈਂਟ ਕਾਲਜਸ ਨਹੀਂ ਮਿਲਿਆ। ਦੇਖੋ ਬੱਚਾ ਉੱਥੇ ਜਾਣਾ ਨਹੀਂ ਚਾਹੁੰਦਾ, ਬੱਚਾ ਉੱਥੇ ਸੈਟਲ ਹੋਣਾ ਚਾਹੁੰਦਾ। ਬਿਲਕੁਲ ਰਾਈਟ। ਸੈਟਲ ਤਾਂ ਹੀ ਹੋਊਗੇ ਜੇ ਐਜੂਕੇਸ਼ਨ ਰੈਲੀਵੈਂਟ ਹੋਗੇ। ਤੇ ਬੱਚੇ ਨੇ ਇਸ ਵਜ੍ਹਾ ਨਾਲ 2 ਚ 5.5 ਆ ਗਈ ਨਾ, ਬੱਚੇ ਨੇ ਮੌਂਟਰੀਅਲ ਅਪਲਾਈ ਕਰਤਾ ਤੇ ਮੌਂਟਰੀਅਲ ਕਾਲਜ ਸਸਪੈਂਡ ਹੋ ਚੁੱਕੇ ਸੀਗੇ ਜੀ। ਤਾਂ ਵੀ ਡੋਂਟ ਟੇਕ ਦੈਟ ਕਾਈਂਡ ਆਫ ਰਿਸਕ ਜੀ। ਜਿਹੜਾ ਮੇਰਾ ਭੈਣ ਭਰਾ ਅੱਜ ਦੇ ਟਾਈਮ 'ਚ ਓਵਰਆਲ 6 ਨੇ ਜੀ, ਨੋਟ ਲੈਸ ਦੈਨ 5.5 1 'ਚ ਨੇ ਜੀ, ਓਵਰਆਲ 6 ਨੇ, ਨੋਟ ਲੈਸ ਦੈਨ 5 ਵੀ ਹੈਗੇ। ਕੈਨੇਡਾ ਜਾਣਾ ਚਾਹੁੰਦਾ ਹੈ, ਬਿਲਕੁਲ ਕੈਨੇਡਾ ਜਾ ਸਕਦਾ ਹੈ। ਜਿਹੜਾ ਬੱਚਾ ਹੁਣ ਆਫਟਰ +2 ਰੀਸੈਂਟਲੀ ਦੇ ਗਾਟ ਪੀਟੀ 'ਚ ਜਾਂ ਆਇਲਸ 'ਚ 5.5 ਈਚ ਬੈਂਡ ਸਕੋਰ ਹੈਗੇ, ਓਵਰਆਲ 5.5 ਨੋਟ ਲੈਸ ਦੈਨ 5 ਵੀ ਹੈਗੇ, ਤਾਂ ਵੀ ਤੁਸੀਂ ਮੈਨੂੰ ਸੰਪਰਕ ਕਰੋ। ਮੈਂ ਆਸਟ੍ਰੇਲੀਆ ਦਾ ਤੁਹਾਡਾ ਅਪਲਾਈ ਕਰਾਉਂਗਾ। ਵੀ ਡੀਲਸ ਵਿਦ ਮੈਲਬਨ ਬੱਚੇ ਦਾ ਅਪਲਾਈ ਕਰਾਂਗੇ ਜੀ, ਬ੍ਰਿਸਬੇਨ, ਸਿਡਨੀ ਅਪਲਾਈ ਕਰਾਵਾਂਗੇ, ਮੇਨ ਸਿਟੀਜ਼ ਦੇ ਵਿੱਚ ਬੱਚੇ ਦਾ ਅਪਲਾਈ ਕਰਾਵਾਂਗੇ। ਬਿਲਕੁਲ ਚੰਗਾ ਰਿਜ਼ਲਟ ਸਾਡੇ ਕੋਲ ਬਹੁਤ ਟਾਈਮ ਤੋਂ ਆਸਟ੍ਰੇਲੀਆ ਦਾ ਆਇਆ ਹੋਇਆ ਤੇ ਚੰਗਾ ਰਿਜ਼ਲਟ ਇਨ ਫਿਊਚਰ ਜੁਲਾਈ ਇਨਟੇਕ ਦਾ ਦੇਵਾਂਗਾ ਜੀ। ਬਿਲਕੁਲ ਜੀ। ਸੋ ਅਪਕਮਿੰਗ ਇਨਟੇਕ ਫਿਲਹਾਲ ਜੁਲਾਈ ਹੈਗਾ ਸਾਡੇ ਕੋਲ ਆਸਟ੍ਰੇਲੀਆ ਦਾ। ਕਿੰਨਾ ਕੁ ਟਾਈਮ ਸਾਡੇ ਕੋਲ ਹੱਲੇ ਵੀ, ਕਿੰਨੇ ਕੁ ਦਿਨ ਮੈਂ ਕਹੂੰਗੀ ਹੈਗੇ ਨੇ ਅਪਲਾਈ ਕਰਨ ਲਈ ਸਾਡੇ ਕੋਲ? ਆਪਾਂ ਗੱਲ ਕਰੀਏ ਜੁਲਾਈ ਇਨਟੇਕ ਨੂੰ ਸਮਾਂ ਬਹੁਤ ਘੱਟ ਰਹਿ ਚੁੱਕਿਆ ਜੀ, ਲਿਮਿਟਿਡ ਆਪਸ਼ਨਸ ਨੇ। ਹੁਣ ਆਪਾਂ ਲੜੀਆਂ ਦੇ ਵਿੱਚ ਆਪਾਂ ਸੈਮੀਨਾਰ ਆਰਗੇਨਾਈਜ਼ ਕਰਦੇ ਹਾਂ ਜੀ। ਮੇਰੇ ਕੋਲ ਡਾਇਰੈਕਟਲੀ ਰਿਪਰੈਜ਼ੈਂਟੇਟਿਵਸ ਆਉਂਦੇ ਜੀ ਯੂਨੀਵਰਸਿਟੀਜ਼ ਦੇ। ਉਸ ਸੈਮੀਨਾਰ ਦੇ ਵਿੱਚ ਤੁਸੀਂ ਯੂਕੇ ਜਾਣਾ ਚਾਹੁੰਦਾ, ਜਿਹੜਾ ਮੇਰਾ ਭੈਣ ਭਰਾ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ, ਕੈਨੇਡਾ ਜਾਣਾ ਚਾਹੁੰਦਾ ਹੈ, ਨਿਊਜ਼ੀਲੈਂਡ ਜਾਣਾ ਚਾਹੁੰਦਾ ਹੈ, ਉਹ ਬੱਚਾ ਵੀ 5.5 ਦੇ ਨਾਲ ਬੱਚਾ ਮੈਨੂੰ ਆ ਕੇ ਇੱਕ ਵਾਰ ਮਿਲ ਸਕਦਾ। ਸਾਡਾ ਸੈਮੀਨਾਰ ਜਿਹੜਾ ਲਾਸਟ ਸੈਮੀਨਾਰ ਸੀਗਾ ਜੀ, ਉਹ ਫਤਿਹਬਾਦ ਵੀ ਹੋਇਆ, ਸਾਡਾ ਸੈਮੀਨਾਰ ਚੰਡੀਗੜ੍ਹ ਵੀ ਹੋਇਆ। ਹੁਣ ਜਿਹੜਾ ਕਮਿੰਗ ਸੈਮੀਨਾਰ ਹੈਗਾ ਉਹ 18 ਮਈ ਨੂੰ ਹੈਗਾ ਜੀ, ਦਿਨ ਬੁੱਧਵਾਰ। ਅੰਬਾਲਾ ਦੇ ਵਿੱਚ ਇਹ ਸੈਮੀਨਾਰ ਆਰਗੇਨਾਈਜ਼ ਕਰ ਰਹੇ ਹਾਂ, ਹੋਟਲ ਮੋਹਨ ਟੋਲਿਪ ਦੇ ਵਿੱਚ। ਠੀਕ ਹੈ। ਅੱਛਾ, ਇਸ ਸੈਮੀਨਾਰ ਦਾ ਮਤਲਬ ਸਾਡੇ ਦਰਸ਼ਕ ਨੋਟ ਕਰ ਲੈਣ ਵੀ 18 ਮਈ ਨੂੰ ਸੈਮੀਨਾਰ ਹੋਣ ਜਾ ਰਿਹਾ ਹੈ ਅੰਬਾਲਾ ਦੇ ਵਿੱਚ। ਟਾਈਮਿੰਗਸ ਕੀ ਰਹਿਣਗੀਆਂ? ਇਹ ਸੈਮੀਨਾਰ ਸਾਡਾ ਮਾਰਨਿੰਗ 9:30 ਟੂ ਈਵਨਿੰਗ 6:30 ਤੱਕ ਦਾ ਹੈਗਾ ਚੱਲੇਗਾ। ਠੀਕ ਹੈ। ਅੱਛਾ, ਇੱਥੇ ਕੀ ਪਾਰਟਿਕੂਲਰ ਆਸਟ੍ਰੇਲੀਆ ਦੇ ਹੀ ਡੈਲੀਗੇਟਸ ਹੋਣਗੇ ਜਾਂ ਫਿਰ ਨਹੀਂ ਸਾਰੀ ਕੰਟਰੀਜ਼ ਦੇ ਡੈਲੀਗੇਟਸ ਹੋਣਗੇ ਉੱਥੇ? ਬਿਲਕੁਲ, ਮੇਰੇ ਕੋਲ ਯੂਕੇ ਦੇ ਡੈਲੀਗੇਟਸ ਆਣਗੇ ਜੀ, ਡਾਇਰੈਕਟਲੀ ਯੂਕੇ ਦੀ ਯੂਨੀਵਰਸਿਟੀਜ਼ ਆਣਗੀਆਂ ਜੀ, ਆਸਟ੍ਰੇਲੀਆ ਦੇ ਲੈਵਲ 1 ਦੀ ਯੂਨੀਵਰਸਿਟੀਜ਼ ਆਣਗੀਆਂ। ਦੇਖੋ ਰਿਪਰੈਜ਼ੈਂਟੇਟਰ ਲੈ ਕੇ ਆਉਣ ਦਾ ਕੀ ਮਤਲਬ ਹੈ ਜੀ, ਉਹ ਬਾਹਰ ਦੀ ਕਾਲਜਿਸ ਔਰ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟੇਟਰ ਤੁਹਾਨੂੰ ਆਪ ਮਿਲਦੇ ਨੇ ਜੀ, ਸਾਡੇ ਡਾਊਟਸ ਕਲੀਅਰ ਹੁੰਦੇ ਨੇ ਤੇ ਲੇਕਿਨ ਯੂ ਕੈਨ ਸੇਵ ਦਾ ਟਾਈਮ ਐਂਡ ਐਜ਼ ਵੈਲ ਐਜ਼ ਮਨੀ। ਦੇਖੋ ਜਿੱਥੇ ਬੱਚਾ ਆਫਰ ਲੈਟਰ ਅਪਲਾਈ ਕਰਦਾ ਹੈ, ਆਸਟ੍ਰੇਲੀਆ ਅਪਲਾਈ ਕਰਦਾ ਹੈ, ਕੈਨੇਡਾ ਅਪਲਾਈ ਕਰਦਾ ਹੈ, ਯੂਕੇ ਅਪਲਾਈ ਕਰਦਾ ਹੈ, ਯੂਨੀਵਰਸਿਟੀ ਇਟ ਵਿਲ ਟੇਕ 1 ਮੰਥ। ਬਟ ਸੈਮੀਨਾਰ ਦਾ ਮੇਨਲੀ ਮੋਟਿਵ ਕੀ ਹੁੰਦਾ ਜੀ, ਵੀ ਆਰ ਪ੍ਰੋਵਾਈਡਿੰਗ ਦਾ ਔਨ ਦਾ ਸਪੌਟ ਆਫਰ ਲੈਟਰ, ਨਾਨ ਕੰਡੀਸ਼ਨਲ ਮੈਂ ਬੱਚੇ ਨੂੰ ਆਫਰ ਲੈਟਰ ਦਊਂਗਾ ਜੀ। ਉਹਦੇ ਚ ਕੀ ਹੈ, ਯੂਕੇ ਦੇ ਵਿੱਚ ਖਾਸ ਗੱਲ ਆਪਾਂ ਕਰਾਂਗੇ, ਜਿਹੜਾ ਮੇਰਾ ਭੈਣ ਭਰਾ ਬਾਹਰ ਜਾਣਾ ਚਾਹੁੰਦਾ ਬਟ ਉਹਦੇ ਚ ਬੈਂਡ ਸਕੋਰ ਬੜੇ ਘੱਟ ਗਏ ਜੀ, ਓਵਰਆਲ ਉਹਦੇ 5.5 ਆ ਗਏ ਜੀ ਆਫਟਰ +2 ਤੇ, ਜਾਂ ਫਿਰ ਆਫਟਰ ਗ੍ਰੈਜੂਏਸ਼ਨ ਉਹ ਵਿਦ ਸਪਾਊਸ ਜਾਣਾ ਚਾਹੁੰਦਾ ਹੈ, ਤਾਂ ਯੂਕੇ ਯੂਨੀਵਰਸਿਟੀਜ਼ ਦੇ ਵਿੱਚ ਬੱਚੇ ਦਾ ਅਪਲਾਈ ਕਰਾਉਂਗਾ। ਯੂਨੀਵਰਸਿਟੀ ਜਿੱਥੇ 1 ਮਹੀਨਾ ਆਫਰ ਲੈਟਰ ਨੂੰ ਲੈਂਦੀ ਸੀਗੀ ਜੀ, ਇੰਗਲਿਸ਼ ਚ ਕੋਰ ਸਬਜੈਕਟਸ ਮਾਰਕਸ ਦੇਖੇ ਜਾਣਗੇ ਜੀ। ਤੁਹਾਡਾ ਜਿਹੜਾ ਰਿਪਰੈਜ਼ੈਂਟੇਟਰ ਹੈ, ਦਿਲ ਕੰਡਕਟ ਬੇਸਿਕ ਇੰਟਰਵਿਊ ਆਫ ਯੋਰਸ on the spot ਤੁਹਾਡਾ ਆਫਰ ਲੈਟਰ ਆ ਜਾਊਗਾ ਜੀ। ਆਫਰ ਲੈਟਰ ਵੀ ਆਫਟਰ ਯੂ ਪੇਇੰਗ ਦਾ ਟਿਊਸ਼ਨ ਫੀਸ ਟੂ ਦ ਯੂਨੀਵਰਸਿਟੀ। ਠੀਕ ਹੈ। ਕੈਸ਼ ਜਿੱਥੇ ਤੁਹਾਡਾ 1.5 ਮਹੀਨਾ ਲੱਗਦਾ ਸੀਗਾ, ਉਹੀ ਚੀਜ਼ ਤੁਹਾਡੀ 10 ਦਿਨ ਚ। ਅੱਛਾ ਨਿਤੇਂਦਰ, ਦਰਸ਼ਕ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਏ ਨੇ। ਇੱਥੇ ਨਾ ਇੱਕ ਚੀਜ਼ ਦਾ ਤੁਹਾਡਾ ਕਟਾਕਸ਼ ਕਰਨਾ ਚਾਹੂੰਗੀ। ਤੁਸੀਂ ਔਨ ਦਾ ਸਪੌਟ ਆਫਰ ਲੈਟਰ ਦਾ ਜ਼ਿਕਰ ਕਰ ਰਹੇ ਹੋ, ਲੇਕਿਨ ਬਹੁਤ ਸਾਰੇ ਐਸੇ ਇਮੀਗ੍ਰੇਸ਼ਨ ਐਕਸਪਰਟਸ ਨੇ ਜਿਹੜੇ ਕਹਿੰਦੇ ਵੀ ਔਨ ਦਾ ਸਪੌਟ ਆਫਰ ਲੈਟਰ ਮਿਲਣਾ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਵੀਜ਼ਾ ਮਿਲ ਜਾਏਗਾ, ਕਿ ਜਿਹੜੇ ਕਾਲਜਸ ਬਹੁਤ ਜ਼ਿਆਦਾ ਅੱਛੇ ਨਹੀਂ ਹੈਗੇ ਉਹ ਔਨ ਦਾ ਸਪੌਟ ਆਫਰ ਲੈਟਰ ਦਿੰਦੇ ਨੇ। ਦੇਖੋ
ਇਦਾਂ ਆਪਾਂ ਗੱਲ ਕਰੀਏ ਆਫਰ ਲੈਟਰ ਦੇਖੋ ਆਪਾਂ ਪ੍ਰਾਈਵੇਟ ਕਾਲਜ ਤੋਂ ਮੰਗਾ ਲੈਣਾ। ਹੂੰ ਦੇਖੋ ਪ੍ਰੋਫਾਈਲ ਦੇਖੀ ਜਾਂਦੀ ਹੈ ਕਿ ਪ੍ਰੋਫਾਈਲ ਕਿਹੜੀ ਕੰਟਰੀ ਲਈ ਐਲੀਜੀਬਲ ਹੈ ਜੀ। ਹੁਣ ਮੈਂ ਅੱਜ ਦੀ ਗੱਲ ਕਰਾਂ, ਮੇਰੇ ਕੋਲ ਬੱਚਾ ਆਇਆ ਜੀ, ਓਵਰਆਲ 6 ਸੀਗੇ, ਨਾਟ ਲੈਸ ਦੈਨ 5। ਠੀਕ ਹੈ ਆਫਟਰ +2 ਹੀ ਵਾਂਟਸ ਟੂ ਗੋ ਫॉर द ਕੈਨੇਡਾ, ਹੂੰ ਤੇ ਉਹਦੀ ਮੇਨਲੀ ਪ੍ਰੈਫਰੈਂਸ ਕੀ ਹੈ ਕਿ ਮੈਂ ਬੈਚਲਰਸ ਤੇ ਜਾਣਾ ਚਾਹੁੰਦਾ। ਹੂੰ ਓਵਰਆਲ 6 ਨਾਟ ਲੈਸ ਦੈਨ 5 ਤੇ ਕੋਈ ਬੈਚਲਰਸ ਪ੍ਰੋਗਰਾਮ ਨਹੀਂ ਮਿਲੂਗਾ ਜੀ। ਨਹੀਂ ਮਿਲੂਗਾ। ਮੈਂ ਬੱਚੇ ਨੂੰ ਮੋਲਡ ਕਰਕੇ ਮੈਂ ਯੂਕੇ ਕਰਵਾਇਆ ਬੱਚੇ ਦਾ, ਯੂਕੇ ਯੂਨੀਵਰਸਿਟੀਜ਼ ਦੇ। ਦੇਖੋ ਯੂਕੇ ਯੂਨੀਵਰਸਿਟੀ 3 ਸਾਲ ਦੀ ਬੈਚਲਰਸ ਮਿਲੂਗੀ ਜੀ। ਫਰੋਮ ਦ ਫਰਸਟ ਡੇ ਯੂ ਵਿਲ ਗੈਟ ਅ ਵਰਕ ਪਰਮਿਟ। ਠੀਕ ਹੈ ਦੇਖੋ ਬਾਹਰ ਜਾਣਾ ਮਕਸਦ ਨਹੀਂ ਹੈਗਾ, ਸੈਟਲਮੈਂਟ ਇਜ਼ ਦ ਮੇਨ ਮੋਟਿਵ। ਸੈਟਲ ਤੁਸੀਂ ਤਾਂ ਹੀ ਹੋ ਪਾਓਗੇ ਜੇ ਤੁਸੀਂ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਉੱਥੇ ਬਹਿ ਕੇ ਕੰਮ ਕਰੋਗੇ, ਐਜੂਕੇਸ਼ਨ ਕੰਪਲੀਟ ਕਰੋਗੇ, ਤਾਂ ਤੁਸੀਂ ਫਿਊਚਰ 'ਚ ਆਪਣੀ ਪੀਆਰ ਲੈ ਸਕਦੇ ਹੋ। ਬਿਲਕੁਲ ਜੀ। ਸੋ ਇੰਟਰਨੈਸ਼ਨਲ ਐਜੂਕੇਸ਼ਨ ਦਾ ਤੁਸੀਂ ਵੀ ਲਾਹਾ ਜੇਕਰ ਲੈਣਾ ਚਾਹੁੰਦੇ ਹੋ ਤੇ ਆਪਣੀ ਅਗਲੀ ਪੜ੍ਹਾਈ ਵਿਦੇਸ਼ ਜਾ ਕੇ ਕੰਪਲੀਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਸਾਡੇ ਦਰਸ਼ਕ ਦਾ ਸਵਾਲ ਲੈਣੇ ਆ ਹੁਣ, ਹੈ ਨਾ please। ਜੀ? ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਕੀ ਨਾਮ ਹੈ ਜੀ ਔਰ ਕਿੱਥੋਂ ਬੋਲ ਰਹੇ ਹੋ ਤੁਸੀਂ ਤੇ ਕੀ ਸਵਾਲ ਹੈ ਤੁਹਾਡਾ? ਨਿਸ਼ਾ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਨਿਸ਼ਾ? ਪਟਿਆਲਾ। ਮੈਮ ਮੈਂ ਕੈਨੇਡਾ ਵੀ ਕਨਫਰਮ ਕਰਨਾ ਸੀ। Okay ਜੀ। ਦੋ ਦੇ ਵਿੱਚ 5.5 ਹੈਗੇ ਨੇ। 2 ਚ 5.5। ਕੁਆਲੀਫਿਕੇਸ਼ਨ ਕੀ ਹੈ ਨਿਸ਼ਾ ਤੁਹਾਡੀ? ਹੈਲੋ ਕੁਆਲੀਫਿਕੇਸ਼ਨ ਕੀ ਹੈ ਨਿਸ਼ਾ? ਜੀ ਹੈਲੋ ਮੈਡਮ ਮੈਡਮ ਤੁਸੀਂ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੀ? ਤੁਸੀਂ ਕਿੰਨਾ ਪੜ੍ਹੇ ਹੋ? ਸੁਣ ਪਾ ਰਹੇ ਹੋ? ਜੀ ਸ਼ੋਚ Fine। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਦੇਖੋ ਥੈਂਕਸ ਫॉर ਕਾਲਿੰਗ ਨਿਸ਼ਾ ਜੀ। ਤੁਸੀਂ +2 ਅਗਰ ਕਰੀ ਹੋਈ ਹੈ, ਤੁਹਾਡੇ ਓਵਰਆਲ 6 ਨੇ, 2 ਚ 5.5 ਹੈ, ਤਾਂ ਵੀ ਤੁਸੀਂ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਵੀ ਆਰ ਅਪਲਾਈ ਫॉर द ਸੈਪਟੈਂਬਰ ਇਨਟੇਕ। ਮੈਂ ਸੈਪਟੈਂਬਰ ਇਨਟੇਕ ਬੱਚੇ ਨੂੰ ਦੇਵਾਂਗਾ ਜੀ। ਇਹਦੇ ਵਿੱਚ ਸਭ ਤੋਂ ਪਲੱਸ ਪੁਆਇੰਟ ਕੀ ਹੈ ਮੈਡਮ? 2 ਚ 5.5 ਹੈ। ਠੀਕ ਹੈ। 2 ਚ 5.5 ਬਹੁਤ ਸਾਰੇ ਕੰਸਲਟੈਂਟ ਕਹਿੰਦੇ ਕਿ ਇਹਦਾ ਗਵਰਨਮੈਂਟ ਕਾਲਜ ਨਹੀਂ ਹੋ ਸਕਦਾ। ਹਾਂ ਰਾਈਟ। ਫਾਈਲ ਕੰਸੀਡਰ ਅੰਡਰ ਦ ਨਾਨ ਐਸਡੀਐਸ ਕੈਟਾਗਰੀ। ਬਟ ਇਹ ਬੱਚਾ ਯੂਨੀਵਰਸਿਟੀਜ਼ ਦੇ ਵਿੱਚ ਜਾਊਗਾ। ਮੈਂ ਇਸ ਬੱਚੇ ਦਾ ਯਾਰਕਵਿਲ ਯੂਨੀਵਰਸਿਟੀ ਅਪਲਾਈ ਕਰਾਉਂਗਾ, ਸੇਂਟ ਕਲੇਅਰ ਵਿੰਡਸਰ ਕੈਂਪਸ ਬੱਚੇ ਦਾ ਅਪਲਾਈ ਕਰਾਉਂਗਾ। ਇਹ ਪਬਲਿਕ ਕਾਲਜਸ ਨੇ ਜੀ, ਪਬਲਿਕ ਯੂਨੀਵਰਸਿਟੀਜ਼ ਨੇ, ਚੰਗਾ ਇਹਨਾਂ ਦਾ ਰਿਜ਼ਲਟ ਆਇਆ ਹੋਇਆ ਜੀ ਬਹੁਤ ਸਮੇਂ ਤੋਂ। ਤੇ ਬੱਚਾ ਦੇਖੋ ਓਵਰਆਲ 2 ਚ 5.5 ਬੱਚੇ ਨੂੰ ਮਾਰਕੀਟ 'ਚ ਕਹਿੰਦੀ ਹੈ ਕਿ ਰਿਜ਼ਲਟ ਨਹੀਂ ਆਉਂਦਾ। ਬਿਲਕੁਲ ਨਿਤਿੰਦਰ, ਐਸੀ ਪ੍ਰੋਫਾਈਲ ਨੂੰ ਕੰਸਲਟੈਂਟ ਆਮ ਤੌਰ ਦੇ ਉੱਤੇ ਮਨਾ ਕਰ ਰਹੇ ਨੇ ਤੇ ਮਨਾ ਇੱਕ ਕਰ ਰਹੇ ਮੋਡਿਊਲ 'ਚ 5.5 ਨੂੰ ਵੀ ਕਹਿ ਰਹੇ ਕਿ ਬਹੁਤ ਵੱਡਾ ਰਿਸਕ ਫੈਕਟਰ ਹੈ। ਦੇਖੋ ਮੈਡਮ, ਉੱਥੇ ਹੀ ਤੁਸੀਂ 2 ਮੋਡਿਊਲ 'ਚ 5.5 ਨੂੰ ਤੁਸੀਂ ਕਹਿ ਰਹੇ ਹੋ ਵੀ ਵੈਲਕਮ ਹੈਗਾ। The way you represent your fine embassy that matters ਮੈਡਮ। ਕੁਆਲਿਟੀ ਮੈਟਰਸ, ਕੁਆਂਟੀਟੀ ਨਹੀਂ ਚਾਹੀਦੀ ਹੈ। ਹੁਣ ਓਵਰਆਲ 6 ਆ ਗਏ, 2 ਚ 5.5 ਆ ਗਏ। ਮੈਂ ਇਸ ਬੱਚੇ ਨੂੰ ਕਹਾ ਕਿ ਤੂੰ ਬਹੁਤ ਪ੍ਰਾਈਵੇਟ ਕਾਲਜ ਲੈ ਲੈ। ਪ੍ਰਾਈਵੇਟ ਕਾਲਜ 'ਚ ਇਹਦਾ ਸਕਸੈਸ ਰੇਟ ਨਹੀਂ ਹੋਣਾ। ਇਸ ਬੱਚੇ ਦਾ ਮੈਂ ਯੂਨੀਵਰਸਿਟੀ ਅਪਲਾਈ ਕਰਾਉਂਗਾ ਜੀ। ਯਾਰਕਵਿਲ ਯੂਨੀਵਰਸਿਟੀ ਆਪਾਂ ਬੱਚੇ ਦਾ ਕੇਸ ਪ੍ਰੋਸੀਡ ਕਰਾਂਗੇ ਫॉर द ਸੈਪਟੈਂਬਰ ਇਨਟੇਕ। ਠੀਕ ਹੈ। ਯੂਨੀਵਰਸਿਟੀ 'ਚ ਬੱਚਾ 1 ਸਾਲ ਦੀ ਟਿਊਸ਼ਨ ਫੀਸ ਪੇ ਕਰੇਗਾ, ਇੱਕ ਜੀਏਸੀ ਕਰਾਊਗਾ। ਹਾਂ, ਫਾਈਲ ਕੰਸੀਡਰ ਅੰਡਰ ਦ ਨਾਨ ਐਸਡੀਐਸ ਕੈਟਾਗਰੀ ਹੈ। ਬਟ ਸਾਡੀ ਫਾਈਲ ਦੀ ਪ੍ਰੈਜੈਂਟੇਸ਼ਨ ਜਿਹੜੀ ਆਪਾਂ ਫਾਈਲ ਪ੍ਰੈਜ਼ੈਂਟ ਕਰਦੇ ਹਾਂ ਐਮਬੈਸੀ, ਉਹ ਲਾਅਰ ਦੇ ਥਰੂ ਕਰਦੇ ਹਾਂ। ਵੀ ਹੈਡ ਲਾਅਰਸ ਓਵਰ देयर। ਮੈਂ ਮੇਰੀ ਹਰ ਇੱਕ ਫਾਈਲ ਚਾਹੇ ਕੈਨੇਡਾ ਲੱਗਦੀ ਹੈ, ਚਾਹੇ ਆਸਟ੍ਰੇਲੀਆ ਲੱਗਦੀ ਹੈ, ਚਾਹੇ ਯੂਕੇ ਲੱਗਦੀ ਹੈ, ਵਿਦਆਊਟ ਲਾਅਰਸ ਵੀ ਡੋਂਟ ਵਰਕ। ਦੇਖੋ ਦੇ ਆਰ ਦ ਐਕਸਪਰਟਿਜ਼। ਉਹਨਾਂ ਕੰਟਰੀ ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਵੀਜ਼ਾ ਲੈ ਸਕਦੇ ਕਿਵੇਂ ਲੈ ਸਕਦੇ ਹਨ ਨਾ। ਜਿਹੜਾ ਵੀ ਕਿਸੇ ਕੰਮ ਦੇ ਵਿੱਚ ਜਿਹਨੇ ਮਹਾਰਤ ਹਾਸਲ ਕੀਤੀ ਹੈ, ਸੋ ਉਹੀ ਤੁਹਾਨੂੰ ਦੱਸ ਸਕਦਾ ਵੀ ਕਿੱਦਾਂ ਤੁਸੀਂ ਆਪਣਾ ਵੀਜ਼ਾ ਗ੍ਰਾਂਟ ਕਰਵਾ ਸਕਦੇ ਹੋ। ਸਾਡੇ ਅਗਲੇ ਦਰਸ਼ਕ ਦੀ ਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਪ੍ਰੀਤੂ ਹੈ। ਠੀਕ ਹੈ ਰੀਤੂ, ਕੀ ਸਵਾਲ ਹੈ? ਮੈਂ ਯੂਕੇ ਦਾ ਕਰਨਾ ਸੀ ਮੈਮ। ਕੀ ਪ੍ਰੋਫਾਈਲ ਹੈ ਰੀਤੂ? ਪਹਿਲਾਂ ਤਾਂ ਨੈਟਵਰਕ ਦੇ ਵਿੱਚ ਹੋਵੋ ਤੁਸੀਂ, ਤੁਹਾਡੀ ਆਵਾਜ਼ ਕੱਟ ਰਹੀ ਹੈ ਜੀ। ਯੂਕੇ ਦੀ ਕੀ ਕੁਐਰੀ ਹੈ? ਹਾਂ ਜੀ, ਮੈਂ ਨਾ ਗ੍ਰੈਜੂਏਸ਼ਨ ਆ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਮੈਂ। ਬੀਐਸਸੀ ਨਰਸਿੰਗ ਕਦੋਂ ਕੀਤੀ ਹੈ? ਪਾਸ ਆਊਟ ਹੈ ਮੈਂ। ਦੋ 65% ਹੈ ਔਰ ਪਲੱਸ ਮੇਰਾ ਐਕਸਪੀਰੀਅੰਸ ਹੈ ਸਟਾਫ ਨਰਸਿੰਗ। ਬੀਐਸਸੀ ਨਰਸਿੰਗ 2020 ਪਾਸ ਆਊਟ ਤੇ ਸਟਾਫ ਨਰਸਿੰਗ ਦਾ ਐਕਸਪੀਰੀਅੰਸ ਹੈ ਨਾ। ਹੁਣ ਕੁਐਰੀ ਕੀ ਹੈ ਤੁਹਾਡੀ? ਸਵਾਲ ਕੀ ਹੈ ਤੁਹਾਡਾ ਰੀਤੂ? ਹਾਂਜੀ, ਰੀਤੂ ਤੁਹਾਡਾ ਸਵਾਲ ਕੀ ਹੈਗਾ? ਮੇਰਾ ਸਵਾਲ ਇਹ ਹੈ ਜੀ ਕਿ ਯੂਕੇ ਨੂੰ ਵਿਦਾਊਟ ਕਹਿ ਰਹੇ ਯੂਕੇ ਵਿਦਆਊਟ ਆਇਲਸ ਲੈ ਰਹੇ ਨੇ, ਯਾਨੀ ਸਪਾਊਸ ਅਪਲਾਈ ਕਰਨਾ ਹੈ ਕਿ ਸਿੰਗਲ? ਸਿੰਗਲ ਦਾ ਹੀ ਕਰਨਾ ਹੈ ਜੀ। ਓਕੇ, ਤੁਸੀਂ ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣ ਸਕਦੇ ਹੋ। ਰਿਤੂ ਜੀ ਬਿਲਕੁਲ ਤੁਸੀਂ ਯੂਕੇ ਜਾ ਸਕਦੇ ਹੋ। ਦੇਖੋ ਆਪਾਂ ਯੂਕੇ ਦੀ ਗੱਲ ਕਰੀਏ, ਤੁਸੀਂ ਬੀਐਸਸੀ ਨਰਸਿੰਗ ਕਰੀ ਹੋਈ ਹੈ, 2020 ਦੇ ਪਾਸ ਆਊਟ ਹੋ, ਉਹ ਤੋਂ ਬਾਅਦ ਤੁਹਾਡੇ ਕੋਲ ਟਿਲ ਨਾਓ ਤੱਕ ਵਰਕਿੰਗ ਐਕਸਪੀਰੀਅੰਸ ਹੈ। ਬਟ ਕਿੱਥੇ ਲੈਕ ਕਿੱਥੇ ਕਰ ਰਹੇ ਹੋ ਤੁਸੀਂ? ਸਾਡੇ ਕੋਲ ਆਇਲਸ ਨਹੀਂ ਹੈਗਾ। ਤੁਸੀਂ ਆਇਲਸ ਨਹੀਂ ਕਰ ਸਕਦੇ। ਤੁਹਾਡੇ ਆਇਲਸ ਤੋਂ ਤੁਸੀਂ ਟਰਾਈ ਕਰਿਆ, ਤੁਹਾਡੇ ਬੈਂਡ ਸਕੋਰ ਘਟ ਗਏ, ਤੁਸੀਂ ਪੀਟੀ ਵੱਲ ਨੂੰ ਰੁਕ ਕਰ ਸਕਦੇ ਹੋ। ਪੀਟੀ ਨਹੀਂ ਕਰ ਸਕਦੇ ਤਾਂ ਤੁਸੀਂ ਡਿਲਿੰਗੋ ਕਰਕੇ ਮੈਨੂੰ ਦਿਓ ਜੀ। ਵੀ ਚਾਰਜ ਆਲ ਪੇਮੈਂਟ ਆਫਟਰ ਵੀਜ਼ਾ। ਮੈਂ ਬੱਚੇ ਦਾ ਮਾਸਟਰਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਾਉਂਗਾ ਯੂਨੀਵਰਸਿਟੀਜ਼ ਦੇ ਵਿੱਚ। ਬਲੂਮਸਬੇਰੀ ਹੈਗੀ ਹੈ ਜੀ ਸਾਡੇ ਕੋਲ ਯੂਨੀਵਰਸਿਟੀ। ਬੱਚਾ 2 ਸਾਲ ਦੀ ਮਾਸਟਰਸ ਦੇ ਵਿੱਚ ਜਾਊਗਾ। ਉਹਦੇ ਵਿੱਚ ਕੀ ਹੈ ਮੈਮ, ਬੱਚੇ ਦੇ ਕੋਲ ਆਇਲਸ ਨਹੀਂ ਹੈ ਤਾਂ ਡਿਲਿੰਗੋ ਕਰਕੇ ਮੈਨੂੰ ਦੇ ਦੇ। ਬਟ ਆਇਲਸ ਇਹ ਕੋਈ ਨਾ ਕੋਈ ਟੈਸਟ ਚਾਹੀਦਾ ਹੀ ਚਾਹੀਦਾ ਹੀ ਹੈਗਾ। ਓਕੇ, ਕਿਉਂਕਿ ਵੈਸੇ ਜਿੱਦਾਂ ਇਹਨਾਂ ਦੀ ਪ੍ਰੋਫਾਈਲ ਬੀਐਸਸੀ ਸੀ, ਆਮ ਤੌਰ ਦੇ ਉੱਤੇ ਕੰਸਲਟੈਂਟ ਬੀਐਸਸੀ ਨੂੰ ਲੈ ਕੇ ਕਹਿੰਦੇ ਨੇ ਵੀ ਤੁਹਾਨੂੰ 7 ਸਕੋਰ ਚਾਹੀਦਾ ਹੈਗਾ। ਦੇਖੋ ਆਪਾਂ ਗੱਲ ਕਰੀਏ ਨਾ
ਕਿ ਜੇ ਵੀਜ਼ਾ ਹੀ ਲੈਣਾ ਹੈ, ਵੀਜ਼ਾ ਤਾਂ ਵਿਦਆਊਟ ਆਇਲਸ ਵੀ ਯੂਕੇ ਦੇ ਆ ਰਹੇ ਨੇ। ਦੇਖੋ ਬੀਐਸਸੀ ਨਰਸਿੰਗ ਬੱਚੇ ਨੇ ਕਰੀ ਹੋਈ ਹੈ, ਸ਼ੀ ਇਜ਼ ਵਰਕਿੰਗ, ਸ਼ੀ ਇਜ਼ ਅ ਵੈਰੀ ਫਾਈਨ ਕੁਆਲਿਟੀ ਨਰਸਿੰਗ profession ਦੇ ਵਿੱਚ ਬੱਚਾ ਜੌਬ ਕਰ ਰਿਹਾ ਹੈ ਜੀ। ਚੰਗੀ ਪ੍ਰੋਫਾਈਲ ਹੈ, ਇਹਨੂੰ ਚੰਗੇ ਰਾਹ ਪਾਵਾਂਗੇ। ਹਾਂ, ਇਹਨੂੰ ਫਾਊਂਡੇਸ਼ਨ ਕੋਰਸ ਨਾ ਦੇਣੇ ਦੀ ਬਜਾਏ ਆਪਾਂ ਯੂਨੀਵਰਸਿਟੀ ਦੇ ਸਕਦੇ ਹਾਂ ਬੱਚੇ ਨੂੰ। ਹਾਂ, ਜਿਹਦੇ ਨਾਲ ਤੁਹਾਨੂੰ ਫਿਊਚਰ ਦੇ ਵਿੱਚ ਅੱਗੇ Right ਆ। ਸੈਟਲਮੈਂਟ ਆਪਸ਼ਨਸ ਦੇ ਵਿੱਚ ਬੈਨੀਫਿਟ ਮਿਲ ਜਾਣਗੇ, ਕਹਿ ਬਿਲਕੁਲ ਹੈ ਸਕਦੇ ਜੀ। ਨਾ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮਰੀਆ ਜੀ, ਕੀ ਸਵਾਲ ਹੈ ਮੈਡਮ? ਮੈਮ ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰ ਰਹੀ ਸੀਗੀ ਹਾਂਜੀ, ਪੁੱਛੋ ਜੀ। ਜੀ ਮੈਮ ਓਵਰਆਲ 6 ਮੰਥ ਲਗਨ 5.5 ਦੋ ਮੋਡਿਊਲਸ हैं ਠੀਕ ਹੈ ਜੀ। Okay. clear recent pass out है 2021 21 21 dear, you want to apply for the Canada or for the Australia? सिर्फ तो कनाडा Canada, that's fine. And how much percentage you get in a 12th, ma'am? कितनी percentage आई है? 70% ਨੇ। ਤੇ ਓਕੇ, ਠੀਕ ਹੈ। ਤੁਸੀਂ ਆਪਣਾ ਇੱਕ ਤੁਸੀਂ ਸਟਰੀਮ ਕਿਹੜੀ ਚ +2 ਕੀਤੀ ਹੈ ਇਹ ਜ਼ਰੂਰ ਦੱਸੋ। साइंस ਸਾਇੰਸ, ਸਾਇੰਸ, ਮੈਡੀਕਲ, ਨਾਨ ਮੈਡੀਕਲ? मेडिकल ਓਕੇ ਜੀ, ਹੁਣ ਤੁਸੀਂ ਟੀਵੀ ਸਕਰੀਨ ਤੇ ਆਪਣਾ ਆਨਸਰ ਸੁਣ ਸਕਦੇ ਮੈਡੀਕਲ ਹੋ। ਦੇ ਵਿੱਚ ਮੈਡੀਕਲ ਦੇ ਵਿੱਚ plus two ਬੱਚੇ ਕਰੀ ਹੋਈ ਨੇ ਹੈ ਜੀ। +2। ਦੇਖੋ ਕੈਨੇਡਾ ਦੀ ਗੱਲ ਕਰੀਏ, ਮੈਡੀਕਲ ਦੇ ਬੱਚੇ ਚੰਗੀ ਪਰਸੈਂਟੇਜ 70% ਬੱਚੇ ਦੇ ਮਾਰਕਸ ਆਏ ਹੋਏ ਨੇ ਜੀ। ਲੈਕ ਕਿੱਥੇ ਸੇਮ ਜੋ ਲਾਸਟ ਕਾਲ ਆਈ ਸੀਗੀ ਜੀ, ਓਵਰਆਲ 6 ਸੀਗੇ, 2 ਚ 5.5 ਸੀਗੇ। ਮੈਡਮ ਮੈਡੀਕਲ ਪ੍ਰੋਫੈਸ਼ਨ ਹੈ, ਮੈਂ ਇਸ ਬੱਚੇ ਦਾ ਯੂਨੀਵਰਸਿਟੀ ਅਪਲਾਈ ਕਰਾਉਂਗਾ ਜੀ ਫॉर द बीएससी ਨਰਸਿੰਗ। ਠੀਕ ਹੈ, ਯੂਨੀਵਰਸਿਟੀਜ਼ ਮਿਲेंगी। ਅਗਰ ਬੱਚਾ ਇਹੀ ਬੱਚਾ ਕਹਿੰਦਾ ਕਿ ਮੈਨੂੰ ਸਿਰਫ ਵੀਜ਼ਾ ਚਾਹੀਦਾ ਹੈ ਜੀ, ਠੀਕ ਹੈ, ਕੈਨੇਡਾ ਆਸਟ੍ਰੇਲੀਆ ਮੇਰੇ ਲਈ ਮੈਟਰ ਨਹੀਂ ਕਰਦਾ ਕਿ ਮੈਂ ਜਿੱਥੇ, ਦੇਖੋ ਮੈਂ ਪੈਸਾ ਅਰੇਂਜ ਕਰਦਾ ਹਰ ਇੱਕ ਵੀ ਬੰਦਾ, ਜਿੰਨਾ ਕੁ ਪੈਸਾ ਹੁੰਦਾ ਬੰਦਾ ਕਦੇ ਬਾਹਰ ਨਹੀਂ ਜਾਂਦਾ। ਬਿਲਕੁਲ ਬਿਲਕੁਲ। ਠੀਕ ਹੈ, ਤੇ ਪਿੰਨੇ ਬੱਚੇ ਨੇ ਪੈਸਾ ਫੜ ਤੜ ਕੇ ਰਹਿਣਾ। ਇਸ ਬੱਚੇ ਦਾ ਆਪਾਂ ਯੂਕੇ ਅਪਲਾਈ ਕਰਾਂਗੇ ਬੇਟਾ, ਇਸ ਬੱਚੇ ਦਾ ਆਪਾਂ ਆਸਟ੍ਰੇਲੀਆ ਅਪਲਾਈ ਕਰਾਂਗੇ, ਚੰਗਾ ਰਿਜ਼ਲਟ ਦੇਵਾਂਗੇ ਜੀ। ਹਾਂ, ਜੇ ਆਪਾਂ ਗੱਲ ਕਰੀਏ ਕੈਨੇਡਾ ਦੀ ਆਫਟਰ +2 ਮੈਡੀਕਲ ਸਟਰੀਮ, ਦੇਖੋ ਆਪਸ਼ਨਸ ਬੜੇ ਲਿਮਿਟਡ ਹੈ। ਮੈਂ ਬੱਚੇ ਦਾ ਯਾਕਵਿਲੇ ਯੂਨੀਵਰਸਿਟੀ ਅਪਲਾਈ ਕਰਾਉਂਗਾ, ਐਲਗੋਮਾ ਯੂਨੀਵਰਸਿਟੀ ਅਪਲਾਈ ਕਰਾਉਂਗਾ, ਬਟ ਫॉर द जनवरी इनटेक, जनवरी इनटेक दूंगा। इन बिटवीन बच्चा अपना आइल्स ਦਾ ਰਿਪੀਟ ਕਰੇ ਜੀ ਜਾਂ ਪੀਟੀ ਕਰਕੇ ਮੈਨੂੰ ਦੇ ਦੇ, ਚੰਗਾ ਰਿਜ਼ਲਟ ਡੈਫੀਨਿਟਲੀ ਦੇ ਅੱਛਾ, ਪਾਉਂਗਾ। ਪੀਟੀ ਤੇ ਵੀਜ਼ਾ ਹੈਗਾ ਕੈਨੇਡਾ ਦਾ? ਹੈਗਾ ਮੈਮ, ਐਦਾਂ ਨਹੀਂ ਹੈ ਕਿ ਪੀਟੀ ਤੇ ਵੀਜ਼ਾ ਨਹੀਂ ਆਉਂਦਾ। ਦੇਖੋ ਕਾਲਜ ਵੀਜ਼ਾ ਦੇਣਾ ਹੈ ਐਮਬੈਸੀ ਨੇ, ਕਾਲਜ ਨਹੀਂ ਦੇਣਾ। college ਨਹੀਂ ਦੇਖੋ ਦੇਣਾ, right। ਕੋਰਸ ਸਿਲੈਕਸ਼ਨ CCC ਮੈਟਰਸ ਅ ਲੋਟ, ਕੋਰਸ, ਕੰਸਲਟੈਂਟ ਔਰ ਕੰਟਰੀ। ਜੇ ਇਹ ਤਿੰਨੋਂ ਦੀ ਸੁਜੈਸ਼ਨ ਤੁਹਾਨੂੰ ਚੰਗੀ ਮਿਲ ਜੇ ਤਾਂ ਵੀਜ਼ਾ ਕਦੇ ਰਿਫਿਊਜ਼ ਨਾ ਬਿਲਕੁਲ। ਸਾਡੇ ਇੱਕ ਹੋਰ ਦਰਸ਼ਕ ਦਾ ਸਵਾਲ ਲੈ ਲੈਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਮੈਮ, ਮੇਰਾ ਸਵਾਲ ਹੈ ਜੀ, ਮੈਂ ਨਵਦੀਪ ਗੱਲ ਕਰ ਰਿਹਾ ਜੀ ਬਰਨਾਲਾ ਤੋਂ ਜੀ। ਓਕੇ, ਠੀਕ ਕੀ ਹੈ। ਜਾਣਕਾਰੀ ਚਾਹੁੰਦੇ ਹੋ ਮੇਰੀ ਨਵਦੀਪ? +2 2020 ਦੇ ਵਿੱਚ ਹੈ ਓਕੇ, ਠੀਕ ਹੈ ਜੀ। ਡਨ। ਤੇ ਮੇਰੇ 3 ਵਿੱਚੋਂ 6 ਆ ਜੀ, 1 ਤੋਂ 5.5 ਆ ਜੀ। ਓਕੇ, ਠੀਕ ਹੈ। ਕੁਐਰੀ ਕੀ ਹੈ ਤੁਹਾਡੀ ਨਵਦੀਪ? ਆਰਟਸ ਦੇ ਨਾਲ ਮੈਂ ਜੀ +2 ਕੀਤੀ ਹੈ। Arts 'ਚ ਕੀ subject ਸੀ? Canada ਆਰਟਸ ਦੇ ਦੇ ਵਿੱਚ ਵਿੱਚ ਕੀ ਸਬਜੈਕਟ ਸੀ ਆਪਣੇ ਕੋਲ ਨਵਦੀਪ? ਮੇਰੇ ਕੋਲ ਜੀ ਇਹੀ ਸੀਗਾ ਪੋਲੀਟੀਕਲ ਸਾਇੰਸ ਜੀ। Fine, fine, ਓਕੇ, fine. ਠੀਕ ਹੈ। ਤੁਸੀਂ ਸੁਣੋ ਆਪਣਾ ਆਨਸਰ। ਨਵਦੀਪ, ਆਈ ਹੈਡ ਓਨਲੀ ਵਨ ਕੁਐਸਚਨ, ਬਟ ਬ੍ਰਦਰ ਤੁਸੀਂ +2 2020 ਚ ਕਰੀ ਹੈ, ਉਸ ਤੋਂ ਬਾਅਦ ਤੁਸੀਂ ਕੀ ਕਰ ਰਹੇ ਹੋ? ਜੀ, ਜੁੜੇ ਹੋ ਤੁਸੀਂ ਲਾਈਨ ਤੇ? ਮੇਰਾ ਗੈਪ ਹੈ ਜੀ। ਗੈਪ ਹੈ ਜੀ, ਠੀਕ ਹੈ, ਦੈਟ ਸ਼ੁੱਡ ਬੀ ਫਾਈਨ। ਨਵਦੀਪ, ਤੁਹਾਡਾ ਕੈਨੇਡਾ ਅਪਲਾਈ ਹੋ ਜਾਊਗਾ ਜੀ। ਤੁਸੀਂ ਮੇਰੇ ਆਫਿਸ ਵਿਜ਼ਿਟ ਕਰੋ, ਮੈਂ ਸੈਪਟੈਂਬਰ ਇਨਟੇਕ ਤੁਹਾਡਾ ਅਪਲਾਈ ਕਰਾਉਂਗਾ। ਓਵਰਆਲ 6 ਨੇ, ਨਾਟ ਲੈਸ ਦੈਨ 5.5 ਹੈ ਜੀ। ਵੀਲ ਅਪਲਾਈ। ਆਰਟਸ ਕਰੀ ਹੋਈ ਹੈ ਬੱਚੇ ਨੇ, ਹਸਪਿਟੈਲਿਟੀ ਮੈਨੇਜਮੈਂਟ ਦਾ ਬੱਚੇ ਨੂੰ ਕੋਰਸ ਦਊਂਗਾ ਜੀ, ਕੁਕਰੀ ਦਾ ਕੋਰਸ ਆਊਗਾ। ਠੀਕ ਹੈ। ਇਹ ਬੱਚਾ ਲੈਂਪਟਨ ਅਪਲਾਈ ਕਰ ਸਕਦਾ ਹੈ, ਬੱਚਾ ਨਾਇਗਰਾ ਅਪਲਾਈ ਕਰ ਸਕਦਾ ਹੈ, ਬੱਚਾ ਸੈਂਟ ਕਲੇਅਰ ਕਰ ਸਕਦਾ ਹੈ, ਸਾਲਟ ਕਾਲਜ ਕਰ ਸਕਦਾ ਹੈ। ਜੇ ਯੂਨੀਵਰਸਿਟੀਜ਼ ਦੀ ਗੱਲ ਕਰਾਂ ਤੇ ਇਹ KPU ਯੂਨੀਵਰਸਿਟੀ ਵੀ ਬੱਚਾ ਅਪਲਾਈ ਕਰ ਸਕਦਾ ਹੈ, ਵੈਂਕੂਵਰ ਅਪਲਾਈ ਕਰ ਸਕਦਾ ਹੈ, ਕੈਨੇਡਾ ਵੈਂਕੂਵਰ ਕਾਲਜਿਸ ਦੇ ਵਿੱਚ ਵੀ ਆਪਾਂ ਬੱਚੇ ਦਾ ਅਪਲਾਈ ਕਰ ਸਕਦੇ। ਇਹ ਟੌਪ ਲੈਵਲ ਕਾਲਜਿਸ ਹੈ ਮੈਡਮ। ਓਕੇ, ਦੇਖੋ ਵੀਜ਼ਾ ਅੰਬੈਸੀ ਨੇ ਦੇਣਾ ਹੈ, ਮੈਂ ਨਹੀਂ ਦੇਣਾ, ਬਟ ਦ ਥਿੰਗ ਇਜ਼ ਕਿ ਚੰਗੀ ਪ੍ਰੋਫਾਈਲ, ਚੰਗੀ ਤੁਹਾਡੀ, ਤੁਸੀਂ ਟਿਊਸ਼ਨ ਫੀਸ ਪੂਰੀ ਫੁੱਲਫਿਲ ਕਰ ਰਹੇ ਹੋ, ਅੰਬੈਸੀ ਦੇ ਟਰੈਕ ਰਿਕਾਰਡ ਦੇ ਮੁਤਾਬਿਕ ਤੁਸੀਂ ਫਾਈਲ ਲਾ ਰਹੇ ਹੋ, ਪਲੱਸ ਕਿਤੇ ਨਾ ਕਿਤੇ ਤੁਸੀਂ ਸੋਲਿਸਿਟਰ ਦੀ ਫਾਈਲ ਸਪੋਰਟ ਲੈ ਕੇ ਲਾ ਰਹੇ ਹੋ, ਲਾਅਰ ਸਪੋਰਟ ਲੈ ਕੇ ਲਾ ਰਹੇ ਹੋ। ਇਹ ਬੜੀ ਖਾਸ ਗੱਲਾਂ ਹੁੰਦੀਆਂ ਜੀ ਵੀਜ਼ਾ ਲੈਣ ਦੀਆਂ। ਠੀਕ ਹੈ। ਡੈਫੀਨਿਟਲੀ ਚੰਗਾ ਰਿਜ਼ਲਟ ਦੇ ਪਾਉਂਗਾ ਨਵਦੀਪ, ਕਮ ਟੂ ਮਾਈ ਆਫਿਸ। ਬਿਲਕੁਲ, ਸੋ ਆਫਿਸ 'ਚ ਤੁਸੀਂ ਜ਼ਰੂਰ ਵਿਜ਼ਿਟ ਕਰਿਓ। ਨੈਕਸਟ ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ ਜੀ, ਕੀ ਜਾਣਕਾਰੀ ਚਾਹੁੰਦੇ ਹੋ? ਮੈਡਮ ਮੈਂ ਵਿਨੋਦ ਗੱਲ ਕਰ ਰਿਹਾ ਜੀ ਅੰਬਾਲਾ ਤੋਂ। ਠੀਕ ਹੈ। ਵਿਨੋਦ, ਤੁਹਾਡੇ ਸ਼ਹਿਰ ਦੇ ਵਿੱਚ 18 ਮਈ ਨੂੰ ਸੈਮੀਨਾਰ Seminar ਹੋਣ ਹੋ ਜਾ ਰਿਹਾ। ਰਿਹਾ ਹੈ, ਪਹਿਲਾਂ ਤਾਂ ਉਹ ਤੁਸੀਂ ਜ਼ਰੂਰ ਅਟੈਂਡ ਕਰਨਾ ਹੈ। ਜੀ ਮੈਂ ਉਸੇ ਐਡ ਨੂੰ ਦੇਖ ਕੇ ਕਾਲ ਕੀਤੀ। ਹਾਂ, ਦੱਸੋ ਕੀ ਸਵਾਲ ਹੈ? ਜੀ ਮੈਂ ਇਹਨਾਂ ਦਾ ਸਰਵ ਦਾ ਚੈਨਲ ਮੈਂ ਕਾਫੀ ਦਿਨ ਤੋਂ ਫੋਲੋ ਕਰ ਰਿਹਾ ਤੇ ਮੈਂ ਇਹਨਾਂ ਨੂੰ ਪੁੱਛਣਾ ਸੀ ਕਿ ਜਿਵੇਂ ਇਹਨਾਂ ਨੇ ਲਿਖਿਆ ਕਿ ਸੇਮ ਡੇ ਔਨ ਦਾ ਸਪੋਟ ਆਫਰ ਲੈਟਰ ਜਿਹੜੀ ਯੂਕੇ ਲਈ ਵੀ ਰੈਜ਼ੀਡੈਂਸੀ ਨਾਲ ਪੈਕੇਜ ਦੇ ਦੇਣਗੇ ਮੇਰੀ ਪ੍ਰੋਫਾਈਲ ਉੱਤੇ? ਬਿਲਕੁਲ ਬਿਲਕੁਲ ਸਰ। ਦੇਖੋ ਵਿਨੋਦ ਜੀ, ਤੁਸੀਂ ਕੀ ਕਰਿਆ ਹੋ, ਕੀ ਹੋਇਆ ਹੈ? ਹਾਂ, ਆਪਣੀ ਪ੍ਰੋਫਾਈਲ। ਜੀ ਮੈਂ BCA ਕੀਤੀ ਹੈ 2019 ਚ, ਤੇ ਉਸ ਤੋਂ ਬਾਅਦ ਕੰਟੀਨਿਊਸਲੀ ਨਾ ਮੈਂ ਵਰਕਿੰਗ ਐਕਸਪੀਰੀਅੰਸ ਆ ਐਜ਼ ਅ ਬੈਕਐਂਡ ਟੀਮ ਚ HDFC ਬੈਂਕ ਚ ਕੰਮ ਕਰ ਰਿਹਾ। ਫਾਈਨ ਫਾਈਨ ਫਾਈਨ, ਠੀਕ ਹੈ, ਸੈਲਰੀ ਕੈਸ਼ ਚ ਦੇ ਰਿਹਾ ਇਹ ਦੇਖੋ। ਠੀਕ ਹੈ। ਓਕੇ, ਵਿਦਆਊਟ ਆਇਲਸ ਅਪਲਾਈ ਕਰਨਾ ਹੈ ਕਿ ਵਿਦ ਆਇਲਸ? ਮੈਂ ਮਾਈਨਸ ਕੀਤੀ ਹੋਈ ਹੈ। ਕੀ score? 3 ਵਾਰੀ ਅਟੈਂਪਟ ਦਿੱਤੇ ਆ, 6.5 ਤੋਂ 5.5 ਹੈ। ਓਕੇ, 1 ਤੋਂ 5.5। ਓਕੇ, ਤੁਸੀਂ ਵਗੈਰਾ ਵੀ ਫਾਈਲ ਕਰ ਰਿਹਾ ਮੈਡਮ।
ਓਕੇ ਤੁਸੀਂ ਆਪਣਾ ਆਨਸਰ ਵਿਨੋਦ ਜੀ ਤੁਸੀਂ 18 ਮਈ ਨੂੰ ਸਾਡਾ ਸੈਮੀਨਾਰ ਸਾਡੇ ਸ਼ਹਿਰ ਦੇ ਵਿੱਚ ਹੋ ਰਿਹਾ ਮੋਹਨ ਟੂਲਿਪ ਹੋਟਲ ਦੇ ਵਿੱਚ, ਤੁਸੀਂ ਉਹਦਾ ਇੱਕ ਹਿੱਸਾ ਬਣੋ। ਮੈਂ ਯੂਨੀਵਰਸਿਟੀ ਤੁਹਾਡਾ ਅਪਲਾਈ ਕਰਾਉਂਗਾ ਫॉर द ਮਾਸਟਰ। ਤੁਸੀਂ BCA ਕਰਿਓ, ਮੈਂ ਤੁਹਾਨੂੰ MCA ਦਊਂਗਾ ਜੀ। ਆਫਟਰ BCA ਇਹ ਨਹੀਂ ਕਿ ਤੁਸੀਂ MCA ਹੀ ਲਓ, ਆਫਟਰ BCA ਤੁਸੀਂ MBA ਪ੍ਰੋਗਰਾਮ ਵੀ ਲੈ ਸਕਦੇ ਹੋ। ਉਹਦੇ ਵਿੱਚ ਮੈਮ ਕੀ ਖਾਸ ਕੀ ਲੈ ਕੇ ਆ ਰਹੇ, ਡਾਇਰੈਕਟਲੀ UK ਦੀ ਯੂਨੀਵਰਸਿਟੀ ਸਾਡੇ ਸਾਹਮਣੇ ਰੂਬਰੂ ਕਰਾਣਗੇ ਆਪਾਂ। ਉਹ ਯੂਨੀਵਰਸਿਟੀ ਦਿਲ ਕੰਡਕਟ ਇੰਟਰਵਿਊ ਆਈਟਸ ਤੁਸੀਂ ਕਰਿਆ ਹੋਇਆ ਹੈ ਜੀ, ਉਹਨਾਂ ਨੇ ਇੱਕ ਬੇਸਿਕ ਇੰਟਰਵਿਊ ਲੈਣਾ ਹੈ। ਇੰਟਰਵਿਊ ਦੇ ਬਿਹਾਫ ਤੇ ਯੂਨੀਵਰਸਿਟੀਜ਼ ਨੇ ਡਾਇਰੈਕਟਲੀ ਤੁਹਾਨੂੰ ਆਫਰ ਲੈਟਰ ਪ੍ਰੋਵਾਈਡ ਕਰਨਾ। ਇਟਸ ਅ ਨਾਨ ਕੰਡੀਸ਼ਨਲ ਆਫਰ ਲੈਟਰ, ਕੋਈ ਕੰਡੀਸ਼ਨ ਨਹੀਂ ਹੈ। ਉਹਦੇ ਵਿੱਚ ਤੁਹਾਡਾ ਇੰਟਰਵਿਊ ਕਲੀਅਰ ਹੋ ਗਿਆ, ਹੁਣ ਆਪਾਂ ਐਪਲੀਕੇਸ਼ਨ ਪਾਉਨੇ ਆ ਜੀ। ਉਸ ਤੋਂ ਬਾਅਦ ਯੂਨੀਵਰਸਿਟੀ ਤੋਂ ਇੰਟਰਵਿਊ ਆਊਗਾ, ਉਹ ਸੇਮ ਰਿਪਰੈਜ਼ੈਂਟੇਟਿਵ ਆ ਕੇ ਤੁਹਾਡੇ ਸੈਮੀਨਾਰ ਦੇ ਵਿੱਚ ਇੰਟਰਵਿਊ ਲੈ ਲੈਣਗੇ। ਇੰਟਰਵਿਊ ਜਿੱਦਾਂ ਨਾ ਹੁਣ ਆਪਾਂ ਨਾਰਮਲ ਗੱਲਬਾਤ ਕਰ ਰਹੇ ਹਾਂ, ਇੰਟਰਵਿਊ 'ਚ ਹੀ ਆਪਾਂ ਨੂੰ ਚਲੋ ਠੀਕ ਹੈ ਲੈਂਗੁਏਜ ਦਾ ਫਰਕ ਪੈ ਜਾਏਗਾ। ਅਸੀਂ ਫਿਲਹਾਲ ਪੰਜਾਬੀ 'ਚ ਗੱਲ ਕਰ ਰਹੇ ਹਾਂ, ਉੱਥੇ ਸਾਨੂੰ ਇੰਗਲਿਸ਼ 'ਚ ਕਮਿਊਨੀਕੇਟ ਕਰਨਾ ਪਏਗਾ। ਐਡਾ ਕੋਈ ਵੱਡਾ ਮਸਲਾ ਨਹੀਂ ਹੈਗਾ ਗੱਲਬਾਤ ਕਰਨ ਦਾ। ਲੇਕਿਨ ਬੱਚਿਆਂ ਨੂੰ ਕੰਸਲਟੈਂਟ ਡਰਾਉਂਦੇ ਨਹੀਂ, ਜਾਂ ਬੱਚੇ ਦੇ ਖੁਦ ਦੇ ਮਨ ਦੇ ਵਿੱਚ ਇੰਟਰਵਿਊ ਨੂੰ ਲੈ ਕੇ ਐਡਾ ਵੱਡਾ ਹਊਆ ਹੁੰਦਾ ਹੈ ਕਿ ਇੰਟਰਵਿਊ 'ਚ ਕੁਝ ਔਖਾ ਪੁੱਛਿਆ ਜਾਂਦਾ? ਉਹਨਾਂ ਨੇ ਕੁਝ ਨਹੀਂ ਪੁੱਛਣਾ ਜੀ, ਉਹਨਾਂ ਨੇ ਇਹ ਪੁੱਛਣਾ ਹੈ ਕਿ ਤੁਸੀਂ BCA ਕਰੀ ਹੋਈ ਹੈ ਜੀ, ਤੁਸੀਂ ਬਾਹਰ ਕਾਹਦੇ ਲਈ ਜਾਣਾ ਚਾਹੁੰਦੇ ਹੋ। ਯੂਨੀਵਰਸਿਟੀ ਦੇ ਵਿੱਚ ਆਪਾਂ ਤੁਹਾਨੂੰ ਐਡਮਿਸ਼ਨ ਦੇ ਰਹੇ ਹਾਂ ਕਿ ਤੁਹਾਡੀ ਫਾਈਨੈਂਸ਼ੀਅਲਸ ਚੰਗੇ ਹੈਗੇ ਆ, ਤੁਸੀਂ ਯੂਨੀਵਰਸਿਟੀ ਦੀ ਫੀਸ ਅਫੋਰਡ ਕਰ ਸਕਦੇ ਹੋ। ਠੀਕ ਹੈ, ਉਹਨਾਂ ਨੇ ਬਹੁਤ ਸਾਰੀ ਚੀਜ਼ਾਂ, ਉਹਨਾਂ ਨੇ ਤੁਹਾਡੇ ਕੋਰ ਸਬਜੈਕਟਸ ਦੇ ਮਾਰਕਸ ਦੇਖਣੇ ਜੀ। ਤੁਹਾਡੇ ਤੁਸੀਂ ਲੈਕ ਆਇਲਟਸ ਦੇ ਵਿੱਚ ਕਰ ਰਹੇ ਹੋ ਤਾਂ ਉਹਨਾਂ ਨੇ ਇੰਗਲਿਸ਼ ਵਿੱਚ ਸਾਡੇ ਕੋਰ ਸਬਜੈਕਟਸ ਮਾਰਕਸ ਦੇਖ ਲੈਣੇ ਕਿ ਅਪ ਟੂ 60% ਹੈ ਮੈਡਮ। ਉਹ ਯੂਨੀਵਰਸਿਟੀਜ਼ ਵਿਨੋਦ ਜੀ ਤੁਸੀਂ ਮੇਰੇ 18 ਤਰੀਕ ਸੈਮੀਨਾਰ ਦਾ ਹਿੱਸਾ ਬਣੋ ਅੰਬਾਲਾ ਦੇ ਵਿੱਚ। ਇਹਦੇ ਵਿੱਚ ਬੱਚੇ ਦਾ ਇੰਟਰਵਿਊ ਕੰਡਕਟ ਕਰਾਉਂਗਾ ਡਾਇਰੈਕਟਲੀ ਫਰਮ ਦ ਯੂਨੀਵਰਸਿਟੀ ਸਾਈਡ। ਇੰਟਰਵਿਊ ਬੱਚਾ ਕਲੀਅਰ ਕਰੂਗਾ, ਔਨ ਦ ਸਪੌਟ ਬੱਚੇ ਨੂੰ ਨਾਨ ਕੰਡੀਸ਼ਨਲ ਆਫਰ ਲੈਟਰ ਦਊਂਗਾ। ਉਸ ਤੋਂ ਬਾਅਦ ਬੱਚਾ ਟਿਊਸ਼ਨ ਫੀਸ 80% ਬੱਚੇ ਨੇ ਡਾਇਰੈਕਟਲੀ ਯੂਨੀ ਦੇ ਅਕਾਊਂਟ 'ਚ ਟਿਊਸ਼ਨ ਫੀਸ ਟ੍ਰਾਂਸਫਰ ਕਰਨੀ ਹੈ। ਕੈਸ਼ ਆ ਜਾਊਗਾ, ਕੈਸ਼ ਹੈ ਮੀਨਸ 30 ਪੁਆਇੰਟਸ ਗੈਟ ਹੋ ਗਏ ਜੀ। ਤੁਸੀਂ ਫੰਡਸ ਹੋਣੇ ਚਾਹੀਦੇ ਨੇ ਤੁਹਾਡੇ ਕੋਲ 28 ਦਿਨ ਪੁਰਾਣੇ। ਡੈਫੀਨੇਟਲੀ ਵਿਨੋਦ ਜੀ ਮੈਂ ਸੈਪਟੈਂਬਰ ਇਨਟੇਕ ਤੁਹਾਡਾ ਅਪਲਾਈ ਕਰਾਉਂਗਾ ਤੇ ਚੰਗਾ ਰਿਜ਼ਲਟ ਦੇ ਪਾਉਂਗਾ। ਠੀਕ ਹੈ ਜੀ। ਸੋ ਫਿਲਹਾਲ ਸ਼ੋਅ 'ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਸਾਡੇ ਬਹੁਤ ਸਾਰੇ ਦਰਸ਼ਕ ਕਤਾਰ 'ਚ ਇੰਤਜ਼ਾਰ ਕਰ ਰਹੇ ਨੇ। ਇਹ ਨੰਬਰ ਨੂੰ ਤੁਸੀਂ ਕਾਪੀ ਪੈਨ ਲੈ ਕੇ ਨੋਟ ਕਰ ਲਓ ਜਾਂ ਆਪਣੇ ਫੋਨ ਦੇ ਵਿੱਚ ਸੇਵ ਕਰ ਲਓ, ਔਰ ਜ਼ਰੂਰੀ ਨਹੀਂ ਹੈ ਸ਼ੋਅ ਦੇ ਦੌਰਾਨ ਹੀ ਕਾਲ ਕਰਨੀ ਹੈ, ਤੁਸੀਂ ਸਾਡੇ ਸ਼ੋਅ ਤੋਂ ਬਾਅਦ ਵੀ ਕਾਲ ਕਰ ਲਿਓ, ਕਿਉਂਕਿ ਕਤਾਰ ਕਾਫੀ ਵਿਅਸਤ ਹੋ ਜਾਂਦੀ ਹੈ ਜਦੋਂ ਤੁਸੀਂ ਬਾਰ-ਬਾਰ ਸਾਡੇ ਨਾਲ ਸੰਪਰਕ ਕਰਦੇ ਹੁੰਦੇ ਹੋ। ਸੋ ਤੁਹਾਡੇ ਸਵਾਲ ਖਿੜੇ ਮੱਥੇ ਪ੍ਰਵਾਨ ਇਸੇ ਤਰੀਕੇ ਨਾਲ ਕਰਦੇ ਰਵਾਂਗੇ, ਸਵਾਲਾਂ ਦੇ ਜਵਾਬ ਵਿੱਚੇ ਤੁਹਾਨੂੰ ਦਿੰਦੇ ਰਵਾਂਗੇ। UK ਦਾ ਸਕਸੈਸ ਰੇਟ ਬਹੁਤ ਵਧੀਆ ਚੱਲ ਰਿਹਾ ਫਿਲਹਾਲ ਦੇ ਦਿਨਾਂ 'ਚ, ਔਰ ਜੇ ਜਿਹਨੇ ਵੀ ਅਪਲਾਈ ਕਰਨਾ ਹੈ ਹੁਣ UK, ਕਿਹੜੀ ਪ੍ਰੋਫਾਈਲ ਦਾ ਬੱਚਾ ਜਿਹੜਾ UK ਅਪਲਾਈ ਕਰੇ, ਜਿਸ ਬੱਚੇ ਦੇ ਕੋਲ ਓਵਰਆਲ 5.5 ਈਚ ਬੈਂਡ ਸਕੋਰ ਵੀ ਹੈਗੇ ਆ, ਮੈਂ ਬੱਚੇ ਦਾ ਡਾਇਰੈਕਟਲੀ ਇੰਗਲਿਸ਼ ਦੇ ਵਿੱਚ ਉਹਦੇ 60% ਅਪਰ ਹੋਣੇ ਚਾਹੀਦੇ ਆ। ਮੈਂ ਯੂਨੀਵਰਸਿਟੀ ਅਪਲਾਈ ਕਰਾਉਂਗਾ ਬੱਚੇ ਦਾ, ਠੀਕ ਹੈ, ਟੈਸਾਈਡ ਯੂਨੀਵਰਸਿਟੀ, ਬਲੂਮਸਬੇਰੀ ਹੈ ਨਾ, ਸੱਚ ਆਫ ਯੂਨੀਵਰਸਿਟੀ ਵੀ ਹੈਡ ਟੈਬਸ। ਮੈਂ ਸੈਪਟੈਂਬਰ ਇਨਟੇਕ ਬੱਚੇ ਦਾ ਅਪਲਾਈ ਕਰਾਉਂਗਾ। ਜਿਹੜਾ ਬੱਚਾ ਆਫਟਰ +2 ਕੈਨੇਡਾ ਜਾਣਾ ਚਾਹੁੰਦਾ ਹੈ, ਓਵਰਆਲ 6 ਹੈਗੇ ਜੀ, ਨਾਟ ਲੈਸ ਦੈਨ 5.5, 1 ਚ ਹੋਣ ਚਾਹੇ 2 ਚ ਹੋਣ, ਅੱਛਾ ਚੰਗੇ ਲੈਵਲ ਦਾ ਕਾਲਜ ਦਊਂਗਾ। ਤੁਸੀਂ 1 ਸਾਲ ਦੀ ਫੀਸ ਡਾਇਰੈਕਟਲੀ ਕਾਲਜ ਦੇ ਅਕਾਊਂਟ 'ਚ ਪਾਣੀ ਹੈ, GIC ਪਾਣੀ ਹੈ ਜੀ। ਸੈਪਟੈਂਬਰ ਇਨਟੇਕ ਚੰਗਾ ਰਿਜ਼ਲਟ ਦਊਂਗਾ। ਹੁਣ ਆਪਾਂ ਖਾਸ ਗੱਲ ਕਰਾਂਗੇ ਜਿਹੜੇ ਲੇਟੈਸਟ ਵੀਜ਼ਾ ਆਪਣੇ ਕੋਲ ਆਏ ਨੇ ਜੀ। ਆਸਟ੍ਰੇਲੀਆ ਓਪਨ ਹੋ ਚੁੱਕਿਆ ਹੈ ਮੇਰੇ ਭੈਣ ਭਰਾਵੋ। 40 ਘੰਟੇ ਵਾਈਲ ਸਟੱਡੀ ਵਰਕ ਪਰਮਿਟ ਆਸਟ੍ਰੇਲੀਆ ਪ੍ਰੋਵਾਈਡ ਕਰ ਰਿਹਾ ਹੈ। ਆਫਟਰ +2 5.5 ਈਚ ਤੇ ਵੀ ਮੇਰੇ ਕੋਲ ਸੱਚ ਆਫ ਵੀਜ਼ਾਸ ਹੈ ਮੈਡਮ। ਠੀਕ ਹੈ, ਆਸਟ੍ਰੇਲੀਆ ਵੀਜ਼ਾ ਦੇ ਰਿਹਾ, ਚੰਗਾ ਰਿਜ਼ਲਟ ਦੇ ਪਾਉਂਗਾ। ਜੇ ਆਪਾਂ ਯੂਨੀਵਰਸਿਟੀਜ਼ ਦੀ ਗੱਲ ਕਰੀਏ, 5.5 ਤੇ ਜਾਂ ਲੈਵਲ 1 ਦਾ ਕੋਈ ਕਾਲਜ ਨਹੀਂ ਮਿਲੂਗਾ ਜੀ। ਇਟਸ ਅ ਪ੍ਰਾਈਵੇਟ ਕਾਲਜ। ਹਾਂ ਦੇਖੋ, ਜੇ ਵੀਜ਼ਾ ਹੈ, ਜੇ ਰਾਹ ਹੈ ਤਾਂ ਚਾਹ। ਜੇ ਵੀਜ਼ਾ ਹੈਗਾ ਤਾਂ 10 ਆਪਸ਼ਨ ਹੈ। ਬੱਚਾ ਦੇਖੋ ਕੱਲ ਨੂੰ ਕਾਲਜ ਚੇਂਜ ਕਰ ਸਕਦਾ ਹੈ, ਉੱਥੇ 6 ਮਹੀਨੇ ਲਾ ਕੇ ਬੱਚਾ ਗਵਰਨਮੈਂਟ ਕਾਲਜ ਦੇ ਵਿੱਚ ਆ ਸਕਦਾ ਹੈ। ਜੇ ਵੀਜ਼ਾ ਹੈਗਾ ਤਾਂ ਦਿੱਲੀ 에ਅਰਪੋਰਟ ਵਾਲੇ ਚੜਨ ਦੇਣਾ ਹੈ। ਹਾਂ, ਨਹੀਂ ਤਾਂ ਕਿਸੇ ਨੇ, ਹਾਂ ਬਿਲਕੁਲ ਬਾਈਪਾਸ ਤੇ ਅਸੀਂ ਟੱਪ ਜਾਾਂਗੇ, ਲੇਕਿਨ ਅਸੀਂ ਜਹਾਜ਼ ਦੀ ਬਾਰੀ ਨੂੰ ਹੱਥ ਨਹੀਂ ਪਾ ਸਕਦੇ ਹੈਗੇ ਜੇਕਰ ਤੁਹਾਡੀ ਪ੍ਰੋਫਾਈਲ ਅੱਛੇ ਤਰੀਕੇ ਨਾਲ ਸਟਰੋਂਗ ਨਹੀਂ ਹੁੰਦੀ। ਸਪਾਊਸ ਜਿਨ੍ਹਾਂ ਨੇ ਐਪਲੀਕੇਸ਼ਨ ਅਪਲਾਈ ਕਰਨੀ ਹੈ, ਜੋ ਕਿ ਸਾਡੇ ਇੱਥੇ ਨਾਰਥ ਦੇ ਸਟੂਡੈਂਟਸ ਦਾ ਜ਼ਿਆਦਾ ਹੀ ਮਤਲਬ ਲੋਕਾਂ ਦਾ ਕ੍ਰੇਜ਼ ਹੈਗਾ ਕਿ ਸਪਾਊਸ ਵੀਜ਼ਾ ਆਪਾਂ ਐਪਲੀਕੇਸ਼ਨ ਪ੍ਰੋਸੀਡ ਕਰੀਏ। ਦੇਖੋ ਸਪਾਊਸ ਆਪਾਂ ਉਹਨਾਂ ਦਾ ਅਪਲਾਈ ਕਰਾਵਾਂਗੇ ਮੈਡਮ ਜਿਹੜਾ ਬੱਚਾ ਆਫਟਰ ਗ੍ਰੈਜੂਏਸ਼ਨ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਆਫਟਰ ਗ੍ਰੈਜੂਏਸ਼ਨ ਤੁਸੀਂ UK ਜਾਣਾ ਚਾਹੁੰਦੇ ਹੋ। ਕੈਨੇਡਾ 'ਚ ਸਪਾਊਸ ਨਾਲ ਨਹੀਂ ਜਾਊਗਾ ਜੀ। ਆਫਟਰ ਗ੍ਰੈਜੂਏਸ਼ਨ ਦੋਨੋਂ ਜੀਆਂ ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਜਾਂ ਵਾਈਫ ਮੇਨ ਸਟੱਡੀ ਦੇ ਚੱਲੀ ਹੋਈ ਹੈ ਜਾਂ ਹਸਬੈਂਡ ਸਟੱਡੀ ਦੇ ਚੱਲਿਆ ਉਧਰ, ਚਾਹੇ ਉਹ ਕੈਨੇਡਾ, ਚਾਹੇ ਉਹ UK, ਚਾਹੇ ਉਹ ਆਸਟ੍ਰੇਲੀਆ, ਦੋਨੋਂ ਜੀ ਗ੍ਰੈਜੂਏਟ ਹੋਣੇ ਚਾਹੀਦੇ ਹੈ ਜੀ। ਪਹਿਲੇ ਦਿਨ ਤੋਂ ਨਾਲ ਜਾਣਗੇ। ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਟੌਪ ਲੈਵਲ ਦੀ ਯੂਨੀਵਰਸਿਟੀਜ਼ ਲੈ ਕੇ ਆਏ ਆ ਜੀ ਸਾਡੇ। ਆਪਾਂ ਨਵੰਬਰ ਇਨਟੇਕ ਬੱਚੇ ਦਾ ਅਪਲਾਈ ਕਰਾਂਗੇ। ਅਦਰਵਾਈਜ਼ ਵੀ ਹੈਡ ਲੈਵਲ 1 ਕਾਲਜਸ। ਤੁਸੀਂ ਜੁਲਾਈ ਇਨਟੇਕ ਅਪਲਾਈ ਕਰੋ ਵਿਦ ਸਪਾਊਸ, ਚੰਗਾ ਰਿਜ਼ਲਟ ਦਊਂਗਾ। ਜੇ ਆਪਾਂ ਖਾਸ ਗੱਲ UK ਦੀ ਕਰੀਏ ਤਾਂ UK ਸੈਪਟੈਂਬਰ ਇਨਟੇਕ ਮੈਂ ਯੂਨੀਵਰਸਿਟੀ ਬੱਚੇ ਦਾ ਅਪਲਾਈ ਕਰਾਉਂਗਾ। ਠੀਕ ਹੈ, ਪਹਿਲੇ ਪਹਿਲੇ ਦਿਨ ਤੋਂ ਸਪਾਊਸ ਨਾਲ ਜਾਊਗਾ ਜੀ ਤੇ ਵਿਦ ਫੈਮਿਲੀ। ਦੇਖੋ ਮੈਡਮ, ਸਪਾਊਸ ਉਹੀ ਬੱਚੇ ਜਾਊਗੇ ਜਿਹਦੇ ਕੋਲ ਬੇਬੀ ਵੀ ਹੈ ਜੀ, ਡਿਪੈਂਡੈਂਸੀ ਆ ਗਈ, ਮੈਰਿਡ ਹੋ ਚੁੱਕਿਆ ਜੀ, ਜਾਂ ਗੈਪ ਹੈ। ਦੇਖੋ ਆਸਟ੍ਰੇਲੀਆ
ਜਾਂ ਯੂਕੇ ਜਾਂ ਕੈਨੇਡਾ, ਆਪਾਂ ਕਿਸੇ ਵੀ ਕੰਟਰੀ ਆਪਾਂ ਫਾਈਲ ਅਪਲਾਈ ਕਰਦੇ ਹਾਂ, ਕੋਈ ਵੀ ਕੰਟਰੀ ਗੈਪ ਇਜ਼ ਨਾਟ ਐਕਸੈਪਟਡ। ਠੀਕ ਹੈ, ਸਾਡੇ ਕੋਲ ਜੋ ਉਸ ਗੈਪ ਦੀ ਪ੍ਰੋਪਰ ਜਸਟੀਫਿਕੇਸ਼ਨ ਹੈਗੀ ਹੈ ਮੈਡਮ, ਤਾਂ ਤੁਹਾਡਾ ਰਿਜ਼ਲਟ ਚੰਗਾ ਆ ਸਕਦਾ ਹੈ। ਬਿਲਕੁਲ ਤੁਹਾਨੂੰ ਜਸਟੀਫਿਕੇਸ਼ਨ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਜ਼ਰੂਰੀ ਹੋ ਹੈ ਜੀ। ਜਾਂਦੀ ਹੈ ਪੋਜ਼ਿਟਿਵ ਰਿਜ਼ਲਟ ਲੈਣ ਲਈ। ਜੇ ਰਿਜ਼ਲਟ ਅੱਛਾ, ਕਈ ਐਸਓਪੀ ਦਾ ਜ਼ਿਕਰ ਕਰ ਲੈਂਦੇ ਹਾਂ ਅਸੀਂ, ਹਨਾ ਗੈਪ ਸਾਡਾ ਹੋ ਗਿਆ, ਸਾਨੂੰ ਐਸਓਪੀ ਦੇ ਦੌਰਾਨ ਕਲੈਰੀਫਾਈ ਕਰਨੀ ਪਏਗੀ। ਮੈਂ ਇੱਕ ਦਿਨ ਇੱਕ ਕੰਸਲਟੈਂਟ ਨਾਲ ਇਦਾਂ ਹੀ ਵਾਰਤਾਲਾਪ ਕਰਦੀ ਪਈ ਸੀ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਐਸਓਪੀ ਜਿਹੜਾ ਉਹ ਇੱਕ ਐਡੀਸ਼ਨਲ ਡਾਕੂਮੈਂਟ ਹੈ, ਤੁਹਾਨੂੰ ਐਸਓਪੀ ਦੀ ਜ਼ਰੂਰਤ ਹੀ ਨਹੀਂ ਹੈ, ਤੁਸੀਂ ਵਿਦਆਊਟ ਐਸਓਪੀ ਵੀ ਵੀਜ਼ਾ ਗ੍ਰਾਂਟ ਕਰਵਾ ਸਕਦੇ ਹੋ। ਮੈਡਮ ਦੇਖੋ, ਐਸਓਪੀ ਸਟੈਂਡ ਫॉर द स्टेटमेंट ऑफ Purpose, right. There is a 195 countries. Why you select Canada? Yeah, why you select UK? Why you select this province? Why you select this college? Why you select this course? Why you select? What's your future goals? ਸਾਰੀ ਚੀਜ਼ਾਂ ਮੱਦੇ ਨਜ਼ਰ ਰੱਖ ਕੇ ਆਪਾਂ ਐਸਓਪੀ ਦੇ ਵਿੱਚ ਪ੍ਰੈਜ਼ੈਂਟ ਕਰਦੇ ਹਾਂ ਜੀ। ਦੇਖੋ, ਫੀਸ ਹਰੇਕ ਕੋਈ ਭਰ ਦੂਗਾ ਜੀ, ਬਿਲਕੁਲ ਜੀਆਈਸੀ ਹਰੇਕ ਕੋਈ ਭਰ ਦੂਗਾ, ਯੂਕੇ ਜਾਣਾ ਚਾਹੁੰਦਾ ਹਰੇਕ ਕੋਈ ਫੀਸ ਭਰ ਦੂਗਾ। ਫੀਸ ਭਰਨਾ ਮਕਸਦ ਨਹੀਂ ਹੈਗਾ। ਵੀਜ਼ਾ ਆਫੀਸਰ ਨੇ ਵੀਜ਼ਾ ਤੁਹਾਡਾ ਦੇਣਾ ਹੈ, ਉਹਨੇ ਕਾਲਜ ਦੇ ਡਾਕੂਮੈਂਟਰੀ ਚੈੱਕ ਕਰਨੀ ਹੈ ਜੀ, ਜੀਆਈਸੀ ਚੈੱਕ ਕਰਨੀ, ਯੂਕੇ ਜਾ ਰਹੇ ਹੋ ਤਾਂ ਫੰਡ ਚੈੱਕ ਕਰਨੇ, ਆਸਟ੍ਰੇਲੀਆ ਜਾ ਰਹੇ ਹੋ ਤਾਂ ਫੰਡ ਚੈੱਕ ਕਰਨੇ। ਬਟ ਐਸਓਪੀ ਇੱਕ ਇਹੋ ਜਿਹਾ ਵੇ ਹੈ, ਉਹ ਪ੍ਰੈਜ਼ੈਂਟੇਬਲ ਹੋਊਗਾ। ਤੁਹਾਡੀ ਸਮਰੀ ਜਿਹੜੀ ਹੈਗੀ ਹੈ ਕਿ ਆਪਾਂ ਇਸ ਵਜ੍ਹਾ ਨਾਲ ਉੱਤੇ ਚੱਲੇ ਆ ਜੀ, ਆਪਾਂ ਐਜੂਕੇਸ਼ਨ ਸਾਡਾ ਮੇਨ ਮੋਟਿਵ ਹੈ। ਵੀਜ਼ਾ ਆਫੀਸਰ ਵੀ ਇੰਪ੍ਰੈਸ ਹੁੰਦਾ ਹੈ ਮੈਡਮ ਕਿ ਬੱਚੇ ਦੇ ਕਲੌਜ਼ ਜਿਹੜੇ ਬਾਹਰਲੀ ਕੰਟਰੀ ਨੂੰ ਲੈ ਕੇ ਉਹ ਕਲੀਅਰ ਹੋ ਰਹੇ ਨੇ। ਠੀਕ ਹੈ, ਫਿਊਚਰ ਨੂੰ ਲੈ ਕੇ ਬੱਚਾ ਬੜਾ ਸਿਕਿਉਰ ਹੈ। ਬਿਲਕੁਲ। ਸੋ ਸਾਡੇ ਦਰਸ਼ਕਾਂ ਤੋਂ ਜਿਨ੍ਹਾਂ ਦੀ ਅਸੀਂ ਕਾਲ ਨਹੀਂ ਲੈ ਰਹੇ ਹੈਗੇ ਆ, ਮਾਫੀ ਚਾਹੁੰਦੇ ਆ, ਸਾਡੇ ਸ਼ੋਅ ਤੋਂ ਬਾਅਦ ਤੁਸੀਂ ਕਾਲ ਕਰ ਲਿਓ, ਇਨ ਬਿਟਵੀਨ ਵੀ ਕਰ ਸਕਦੇ ਹੋ ਤੁਸੀਂ ਕਾਲ। ਤੁਸੀਂ ਸ਼ੋਅ ਦੀ ਸ਼ੁਰੂਆਤ ਤੋਂ ਕੁਝ ਸਮਾਂ ਬਾਅਦ CCC ਦਾ ਜ਼ਿਕਰ ਕੀਤਾ ਸੀ, ਹੈ ਨਾ, ਕੋਰਸ ਰਿਲੇਵੈਂਸੀ, ਕੰਟਰੀ ਔਰ ਕੰਸਲਟੈਂਟ, ਹੈ ਨਾ, ਇਹਨਾਂ ਤਿੰਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ। ਪਹਿਲਾ ਕੋਰਸ ਰਿਲੇਵੈਂਸੀ ਜਿਹੜੀ ਹੈਗੀ ਹੈ ਵੀ ਵੀਜ਼ਾ ਕੱਲਾ ਗ੍ਰਾਂਟ ਹੋਣ ਚ ਹੈਲਪ ਕਰਦੀ ਹੈ, ਜਾਂ ਫਿਰ ਅਸੀਂ ਵੀਜ਼ਾ ਦੇ ਮੁਕਾਮ ਤੋਂ ਲੈ ਕੇ ਅਸੀਂ ਪੀਆਰ ਹੋਣੀ ਹੈ ਤਾਂ ਉਹ ਪੀਆਰ ਤੱਕ ਵੀ ਚੱਲਦਾ। ਪਲੱਸ 2 ਕਰੀ ਹੈ ਜੀ, ਜਾਂ ਤੁਸੀਂ ਗ੍ਰੈਜੂਏਟ ਹੋ ਜੀ, ਪਲੱਸ 2 ਤੁਹਾਡੀ ਹੋਈ ਹੈ ਨਾਨ ਮੈਡੀਕਲ ਦੇ ਨਾਲ, ਤੇ ਆਪਾਂ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਲੈ ਰਹੇ ਹਾਂ, ਉਹ ਇਨਰੈਲੇਵੈਂਟ ਕੋਰਸ ਆ ਗਿਆ। ਦੇਖੋ, ਤੁਸੀਂ ਪਲੱਸ 2 ਕਰੀਏ ਆਰਟਸ ਦੇ ਨਾਲ ਤਾਂ ਤੁਸੀਂ ਕੁਕਰੀ ਦਾ ਕੋਰਸ ਲੈ ਸਕਦੇ ਹੋ, ਕਮਰਸ ਨਾਲ ਕਰੀਏ ਤਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਤੁਸੀਂ ਕੋਰਸ ਲਿਓ, ਅਕਾਊਂਟਿੰਗ ਐਂਡ ਪੇਰੋਲ ਦਾ ਕੋਰਸ ਲਿਓ। ਆਫਟਰ ਪਲੱਸ 2 ਨਾਨ ਮੈਡੀਕਲ ਦੇ ਵਿੱਚ ਇਹ ਡਿਪਲੋਮਾ ਇਨ ਆਈਟੀ ਲਓ, ਸਾਈਬਰ ਸਿਕਿਉਰਿਟੀ ਲਓ, ਨੈਟਵਰਕਿੰਗ ਐਂਡ ਸਿਕਿਉਰਿਟੀ ਲਓ। ਆਫਟਰ ਪਲੱਸ 2 ਤੁਸੀਂ ਮੈਡੀਕਲ ਕਰੇ ਹੋਇਆ ਜੀ, ਤਾਂ ਤੁਸੀਂ ਅਰਲੀ ਚਾਈਲਡ ਕੇਅਰ ਦਾ ਕੋਰਸ ਲੈ ਸਕਦੇ ਹੋ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਰਿਲੇਵੈਂਸੀ ਮੈਟਰਸ ਅ ਲੋਟ ਮੈਡਮ। ਅੰਬੈਸੀ ਤਾਂ ਹੀ ਵੀਜ਼ਾ ਦੋਗੀ ਜੇ ਤੁਹਾਡੀ ਲਾਸਟ ਐਜੂਕੇਸ਼ਨ ਤੇ ਕਰੰਟ ਐਜੂਕੇਸ਼ਨ ਦੋਨੋਂ ਮੈਚ ਕਰ ਰਹੀਆਂ ਹੋਣਗੀਆਂ, ਤਾਂ ਵੀਜ਼ਾ ਆਫੀਸਰ ਨੇ ਵੀਜ਼ਾ ਦੇਣਾ ਹੈ। ਅਦਰਵਾਈਜ਼ ਤੁਸੀਂ ਇਨਰੈਲੇਵੈਂਟ ਕੋਰਸ ਤੇ ਜਾ ਰਹੇ ਹੋ ਤਾਂ ਵੀਜ਼ਾ ਨਹੀਂ ਆਊਗਾ। ਬਿਲਕੁਲ, ਫਿਰ ਕਿਸੇ ਵੀ ਹਾਲਾਤ ਦੇ ਵਿੱਚ ਵੀਜ਼ਾ ਨਹੀਂ ਆਊਗਾ। ਔਰ ਜੇਕਰ ਤੁਸੀਂ ਵੀਜ਼ਾ ਗ੍ਰਾਂਟ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੈਗੇ ਹੋ। ਰਿਫਿਊਜ਼ਲ ਦੇ ਰੀਜ਼ਨ ਕੀ ਮੰਨਦੇ ਹੋ ਨੇ ਤੇ ਇਧਰ ਕਿਉਂ ਆਉਂਦੀ ਕਿਉਂ ਹੈ ਰਿਫਿਊਜ਼ਲ, ਪ੍ਰੋਬਲਮ ਕਿੱਥੇ ਰਹਿ ਜਾਂਦੀ ਹੈ? ਰਿਫਿਊਜ਼ਲ ਅੰਬੈਸੀ ਨੇ ਦੇਣੀ ਹੈ ਜੀ, ਨਾ ਹੀ ਰਿਫਿਊਜ਼ਲ ਕਾਲਜ। ਬੱਚੇ ਬਹੁਤ ਸਾਰੇ ਕਹਿੰਦੇ ਕਿ ਕਾਲਜ ਨੇ ਰਿਫਿਊਜ਼ ਕਰਤਾ, ਕਾਲਜ ਨਹੀਂ ਕਰਦਾ, ਹਾਈ ਕਮਿਸ਼ਨ ਰਿਫਿਊਜ਼ ਕਰਦੀ। ਉਹ ਰਿਫਿਊਜ਼ ਇਸ ਵਜ੍ਹਾ ਨਾਲ ਕਰਦੀ ਹੈ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਉਹਨੂੰ ਕਿਤੇ ਕਮੀ ਮਿਲਦੀ ਹੈ। ਉਹ ਹੁਣ ਮੇਰੇ ਕੋਲ ਕੇਸ ਆਇਆ ਜੀ, ਮੈਂ ਕੈਨੇਡਾ ਤੋਂ 2 ਵਾਰ ਰਿਫਿਊਜ਼ ਹਾਂ, 3 ਵਾਰ, ਬਟ ਮੇਰਾ ਮੇਨਲੀ ਮੋਟਿਵ ਜਾਣਾ ਹੀ ਕੈਨੇਡਾ ਹੈ। ਮੈਂ ਬੱਚੇ ਨੂੰ ਬਹੁਤ ਸਾਰੀ ਕੰਟਰੀ ਮੋਲਡ ਕਰਨ ਦੀ ਕੋਸ਼ਿਸ਼ ਕੀਤੀ ਕਿ ਤੂੰ ਆਸਟ੍ਰੇਲੀਆ ਚਲੀ ਜਾ, ਤੂੰ ਯੂਕੇ ਜਾ ਸਕਦਾ, ਬਟ ਬੱਚਾ ਕਹਿੰਦਾ ਕਿ ਐਂਡ ਆਫ ਦਾ ਪੁਆਇੰਟ ਸਰ ਮੈਂ ਜਾਣਾ ਹੀ ਕੈਨੇਡਾ, ਰਾਈਟ। ਮੈਂ ਉਹਦਾ ਕੇਸ ਫੜਿਆ ਜੀ, ਕੇਸ ਫੜ ਕੇ ਮੈਂ ਉਹਦੇ ਇੱਕ GCMS ਨੋਟਸ ਅਪਲਾਈ ਕਰੇ। GCMS ਸਟੈਂਡ ਫॉर द ਗਲੋਬਲ ਕੇਸ ਮੈਨੇਜਮੈਂਟ ਸਿਸਟਮ, ਇਟਸ ਕਾਈਂਡ ਆਫ ਕੈਪਸ ਨੋਟਸ ਜੀ। ਉਹਦੇ ਵਿੱਚ ਸਾਨੂੰ ਪ੍ਰੋਫਾਈਲ ਆਪਾਂ 1 ਮਹੀਨੇ ਬੱਚੇ ਦਾ ਸਮਾਂ ਲਿਆ ਕਿ ਪਹਿਲਾਂ ਤੇਰੀ ਪ੍ਰੋਫਾਈਲ ਤੇ ਵਰਕਆਊਟ ਕਰਾਂਗੇ ਜੀ। ਉਹ ਕਮੀ ਪੇਸ਼ੀ ਆਪਾਂ ਲੱਭੀ ਕਿ ਕਿਸ ਵਜ੍ਹਾ ਨਾਲ ਬੱਚਾ ਰਿਫਿਊਜ਼ ਹੋ ਰਿਹਾ ਜੀ, ਉਹ ਕਮੀ ਪੇਸ਼ੀ ਦੂਰ ਕਰਕੇ ਹੁਣ ਉਹਦੇ ਵਿੱਚ ਐਕਟ ਆਇਆ 216 ਕਿ ਬੱਚੇ ਦੀ ਸਟੱਡੀ ਇਨਰੈਲੇਵੈਂਸ ਹੈ ਜੀ, ਕੋਰਸ ਇਨਰੈਲੇਵੈਂਸ ਹੈ, ਫਾਈਲ ਦੀ ਪ੍ਰੈਜੈਂਟੇਸ਼ਨ ਸਹੀ ਨਹੀਂ ਹੈ, ਸਟੱਡੀ ਮਿਸਮੈਚ ਹੈ ਜੀ। ਉਹ ਸਾਰੀ ਚੀਜ਼ਾਂ ਨੂੰ ਆਪਾਂ ਕਵਰ ਕਰਿਆ ਜੀ, ਤੇ ਅੱਜ ਦੀ ਡੇਟ 'ਚ ਸਾਡੇ ਕੋਲ ਉਹ ਬੱਚਾ ਕੈਨੇਡਾ ਬੈਠਾ ਜੀ, ਚੰਗਾ ਰਿਜ਼ਲਟ ਸੀਗਾ ਉਸ ਬੱਚੇ ਦਾ। ਬਿਲਕੁਲ, ਸੋ ਪੋਜ਼ਿਟਿਵ ਰਿਜ਼ਲਟ ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਨੰਬਰਸ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਫਿਲਹਾਲ ਕਿਹੜੀਆਂ ਗੱਲਾਂ ਦੇ ਉੱਤੇ ਗੌਰ ਫਰਮਾਇਆ ਜਾਵੇ, ਕਿਉਂਕਿ ਕੋਰਸ ਰਿਲੇਵੈਂਸੀ ਤਾਂ ਤੁਹਾਡੇ ਕੋਲ ਜਦੋਂ ਬੱਚਾ ਆ ਗਿਆ ਉਹਨੇ ਤੁਹਾਨੂੰ ਦੱਸ ਦੇਣਾ ਵਾ ਵੀ ਮੈਂ ਆਹ ਪੜ੍ਹ ਕੇ ਆਇਆ, ਤਾਂ ਤੁਸੀਂ ਉਹਨੂੰ ਸਲਾਹ ਦੇ ਦੇਣੀ ਹੈ। ਲੇਕਿਨ ਹੁਣ ਬਹੁਤ ਸਾਰੇ ਬੱਚੇ ਐਸੇ ਨੇ ਜਿਹੜੇ ਪਲੱਸ 2 ਕਰ ਰਹੇ ਨੇ, ਪੇਪਰ ਚੱਲ ਰਹੇ ਨੇ, ਰਿਜ਼ਲਟ ਆਉਣ ਵਾਲਾ ਥੋੜੇ ਦਿਨਾਂ ਦੇ ਵਿੱਚ ਨਾ ਪਾਸ ਹੋ ਜਾਣਗੇ, ਤਿਆਰੀ ਕੀ ਕਰ ਲੈਣ ਬੱਚੇ? ਦੇਖੋ, ਆਇਲਟਸ ਕਰ ਲੈ ਬੱਚਾ ਸਭ ਤੋਂ ਪਹਿਲਾਂ। ਦੇਖੋ, ਅਗਰ ਬੱਚੇ ਦੇ ਕੋਲ ਆਇਲਟਸ ਨਹੀਂ ਹੈਗਾ ਤਾਂ ਬੱਚਾ ਪੀਟੀ ਕਰ ਲੇ, ਪੀਟੀ ਨਹੀਂ ਕਰ ਸਕਦਾ ਤਾਂ ਡਿਲਿੰਗੋ ਤਾਂ ਕਰੇ ਹੀ ਕਰੇ ਜੀ। ਉਹਦੇ ਚ ਡਿਲਿੰਗੋ ਚ ਮੈਨੂੰ 110 ਮਾਰਕਸ ਮਿਨੀਮਮ ਚਾਹੀਦੇ ਨੇ ਜੀ। ਪੀਟੀ ਤੁਸੀਂ ਕਰ ਰਹੇ ਹੋ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, 5.5 ਐਕਸੈਪਟਡ ਹੈ ਜੀ ਮੇਰੇ ਕੋਲ ਪ੍ਰੋਫਾਈਲ, ਚੰਗਾ ਰਿਜ਼ਲਟ ਦਊਂਗਾ। ਹੁਣ ਆਪਾਂ ਖਾਸ ਗੱਲ ਉਹਨਾਂ ਬੱਚਿਆਂ ਲਈ ਕਰਾਂਗੇ ਜਿਹੜੇ ਮੇਰੇ ਭੈਣ ਭਰਾ ਕੈਨੇਡਾ ਹੀ ਜਾਣਾ ਚਾਹੁੰਦੇ ਆ ਤੇ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਆ। ਦੇਖੋ, ਵਰਕ ਪਰਮਿਟ ਸੁਣਨ ਚ ਬੜਾ ਚੰਗਾ ਲੱਗਦਾ ਬਟ ਕਿਤੇ ਐਗਜ਼ਿਸਟ ਨਹੀਂ ਕਰਦਾ। ਰਾਈਟ। ਹੁਣ ਆਪਾਂ ਉਹਨਾਂ ਬੱਚਿਆਂ ਨੂੰ ਬਾਹਰ ਭੇਜਾਂਗੇ ਜਿਨ੍ਹਾਂ ਬੱਚਿਆਂ ਨੇ ANM ਕਰੀ ਹੋਈ ਹੈ ਜੀ, GNM ਕਰੀ ਹੋਈ ਹੈ, BSc ਨਰਸਿੰਗ ਕਰੀ ਹੋਈ ਤੇ ਰੈਲੀਵੈਂਟ ਹੀ ਨਰਸਿੰਗ ਦਾ ਪ੍ਰੋਫੈਸ਼ਨ ਹੈ, ਵਰਕਿੰਗ ਐਕਸਪੀਰੀਅੰਸ ਹੈ। ਉਹਨਾਂ ਬੱਚਿਆਂ ਦਾ ਆਪਾਂ ਕੇਅਰ ਗਿਵਰ ਪ੍ਰੋਗਰਾਮ ਅਪਲਾਈ ਕਰਾਂਗੇ। ਕੇਅਰ ਗਿਵਰ ਕੀ ਮੈਡਮ, ਇੱਕ 2014 ਤੋਂ ਲੈ ਕੇ 2017 ਤੱਕ ਬੜਾ ਬੂਮ ਤੇ ਚੱਲਿਆ ਨੈਨੀ ਕੇਅਰ। ਬਿਲਕੁਲ, ਬਹੁਤ ਚੱਲਿਆ। ਇਟ ਸੇਮ ਕਾਈਂਡ ਆਫ ਨੈਨੀ ਕੇਅਰ ਬਟ ਇਹ ਕੇਅਰ ਗਿਵਰ ਪ੍ਰੋਗਰਾਮ ਹੈ। ਉਹਦੇ ਵਿੱਚ ਸਾਡੇ ਕੋਲ ਇੱਕ ਇਨਵੀਟੇਸ਼ਨ ਆਉਂਦਾ ਹੈ
ਹਸਪੀਟਲਸ ਤੋਂ, ਠੀਕ ਹੈ, ਬਹੁਤ ਸਾਰੀ ਸਾਡੇ ਕੋਲ ਟਾਈਪਸ ਨੇ ਜੀ, ਉੱਥੇ ਇਨਵੀਟੇਸ਼ਨ ਆਊਗਾ ਤੇ ਵਿਦ ਫੈਮਿਲੀ ਬੱਚਾ ਬਾਹਰ ਜਾ ਸਕਦਾ ਹੈ। ਬਟ ਇਹ ਪ੍ਰੋਗਰਾਮ ਸਿਰਫ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਦੇ ਕੋਲ ਨਰਸਿੰਗ ਐਕਸਪੀਰੀਅੰਸ ਹੈ। ਅੱਛਾ ਠੀਕ ਹੈ, ਜਿਹੜੇ Otherwise ਸਿਰਫ they ਨਰਸਿੰਗ, don't apply. ਪਰ ਨੈਨੀ ਤਾਂ ਬਹੁਤ ਸਾਰੇ ਇਦਾਂ ਹੀ ਬੱਚਿਆਂ ਨੂੰ ਕਰਵਾਈ ਜਾ ਰਹੀ ਹੈ, ਮਤਲਬ ਉਹਨਾਂ ਦਾ ਸਕਸੈਸ ਰੇਟ ਨਹੀਂ ਹੈਗਾ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਨੈਨੀ ਕੋਰਸ। ਉਹਨਾਂ ਵਿਦਿਆਰਥੀਆਂ ਦੀ ਵੀ ਗੱਲ ਕਰ ਲੈਂਦੇ ਆ ਜਿਹੜੇ ਪਿਛਲੇ ਸਾਲ ਪਾਸ ਹੋਏ ਆ, ਹੁਣ ਪਾਸ ਹੋਣਗੇ। ਅਕੈਡਮਿਕ ਬੱਚਿਆਂ ਦਾ ਵੀਕ ਰਹਿ ਜਾਂਦਾ ਰਿਹਾ ਵਾ ਜਾਂ ਰਹਿ ਜਾਊਗਾ, ਲੇਕਿਨ ਬੈਂਚ ਸਕੋਰ ਅੱਛਾ ਲੈ ਲੈਣਗੇ। ਸੋ ਉਹਨਾਂ ਬੱਚਿਆਂ ਦਾ ਕਿਹੜੀ ਕੰਟਰੀ 'ਚ ਫਿਊਚਰ ਸਿਕਿਉਰ ਹੋਣ ਦੇ ਜ਼ਿਆਦਾ ਚਾਂਸਸ ਨੇ? ਦੇਖੋ ਕੈਨੇਡਾ ਚੰਗੀ ਕੰਟਰੀ ਹੈ, ਆਸਟ੍ਰੇਲੀਆ ਹੈ, ਹਰੇਕ ਕੰਟਰੀ ਹੈ, ਮਾੜੀ ਤਾਂ ਕੋਈ ਵੀ ਨਹੀਂ ਹੈਗੀ, ਸਾਰੀਆਂ ਬਹੁਤ ਵਧੀਆ ਨੇ। ਹਾਂ, ਤੇ ਦੇਖੋ ਬੱਚੇ ਦਾ ਇੱਕ ਮੇਨ ਮੋਟਿਵ ਹੁੰਦਾ ਕਿ ਮੇਰਾ ਫਲਾਣਾ ਰਿਸ਼ਤੇਦਾਰ ਉੱਥੇ ਹੈ ਜੀ, ਤੇ ਮੈਂ ਉੱਥੇ ਜਾਣਾ ਹੈ। ਦੇਖੋ ਤੁਸੀਂ ਹੁਣ +2 ਕਰ ਰਹੇ ਹੋ, ਸੈਪਟੈਂਬਰ ਇਨਟੇਕ ਬੱਚਿਆਂ ਦਾ ਫੁੱਲ ਹੋ ਚੁੱਕਿਆ ਹੈ, ਜਨਵਰੀ ਇਨਟੇਕ ਤੁਸੀਂ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਦਿਓ। ਕੰਡੀਸ਼ਨਲ ਆਫਰ ਲੈਟਰ ਦੇ ਵਿੱਚ ਕੀ ਹੋਊਗਾ ਮੈਡਮ, ਬੱਚੇ ਦਾ +2 ਰਿਜ਼ਲਟ ਆਣਾ ਹੈ, ਬੱਚੇ ਨੇ ਆਇਲਸ ਕਰ ਲਿਆ ਜੀ, ਔਨ ਦਾ ਬਿਹਾਫ ਆਫ ਆਇਲਸ, ਔਨ ਦਾ ਬਿਹਾਫ ਆਫ ਪੀਟੀ ਆਪਾਂ ਬੱਚੇ ਦਾ ਯੂਨੀਵਰਸਿਟੀ ਜਾਂ ਕਾਲਜਸ ਦੇ ਵਿੱਚ ਐਡਮਿਸ਼ਨ ਡਾਲਾਂਗੇ। ਗਵਰਨਮੈਂਟ ਪਬਲਿਕ ਕਾਲਜਸ ਹੋਣਗੇ, ਉਹਦੇ ਵਿੱਚ ਆਪਾਂ ਕਾਲਜ ਨੂੰ ਰਿਕੁਐਸਟ ਕਰਦੇ ਹਾਂ ਕਿ ਬੱਚਾ ਫਿਊਚਰ ਨੂੰ ਲੈ ਕੇ ਬਹੁਤ ਵਰੀਡ ਹੈ ਜੀ, ਇਹ ਬੱਚਾ ਤੁਹਾਡੇ ਕੋਲ ਆਣਾ ਚਾਹੁੰਦਾ ਹੈ, ਉਸ ਕੰਟਰੀ ਨੂੰ ਗਰੋ ਕਰਨਾ ਚਾਹੁੰਦਾ ਹੈ, ਆਪਣੇ ਆਪ ਨੂੰ ਗਰੋ ਕਰਨਾ ਚਾਹੁੰਦਾ ਹੈ, ਤਾਂ ਕਾਲਜ ਉਸ ਕੰਡੀਸ਼ਨ 'ਚ +2 ਦਾ ਰਿਜ਼ਲਟ ਨਹੀਂ ਆਉਂਦਾ, ਕਾਲਜ ਕੰਡੀਸ਼ਨਲ ਆਫਰ ਲੈਟਰ ਦੇ ਦਿੰਦਾ ਹੈ। ਜਿੱਦਾਂ ਹੀ ਬੱਚਾ ਆਪਣੀ +2 ਦੀ ਡੀਐਮ ਸੀ ਡਿਟੇਲ ਮਾਰਕਸ਼ੀਟ ਕਾਲਜ ਨੂੰ ਜਾਂ ਯੂਨੀਵਰਸਿਟੀ ਨੂੰ ਪ੍ਰੈਜ਼ੈਂਟ ਕਰਦਾ ਹੈ, तो ਜਿਹੜੀ ਕੰਡੀਸ਼ਨ ਸੀਗੀ ਉਹ ਕੰਡੀਸ਼ਨ ਹਟ ਜਾਂਦੀ ਹੈ। ਉਹ ਤੋਂ ਬਾਅਦ ਬੱਚਾ ਟਿਊਸ਼ਨ ਫੀਸ ਪੇ ਕਰੇ, ਬੱਚੇ ਦਾ ਸਮਾਂ ਬਚ ਗਿਆ ਜੀ। ਹੁਣ ਆਪਾਂ ਜਨਵਰੀ ਇਨਟੇਕ ਦੀ ਗੱਲ ਕਰੀਏ, ਸੈਪਟੈਂਬਰ ਇਨਟੇਕ ਦੀ ਗੱਲ ਕਰੀਏ, ਬੱਚਿਆਂ ਦਾ ਜੂਨ ਜੁਲਾਈ 'ਚ ਰਿਜ਼ਲਟ ਆਣਾ ਹੈ ਜੀ, ਹੈ ਨਾ, ਤੇ ਉਹ ਬੱਚਾ ਬਾਹਰ ਜਾਣਾ ਚਾਹੁੰਦਾ ਹੈ as soon as possible, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਯੂਕੇ ਜਾਣਾ ਚਾਹੁੰਦੇ ਹੋ ਫॉर द ਸੈਪਟੈਂਬਰ ਇਨਟੇਕ, ਤਾਂ ਇਟਸ ਐਨ ਰਿਕੁਐਸਟ ਫਰਮ ਮਾਈ ਸਾਈਡ, ਤੁਸੀਂ ਕੰਡੀਸ਼ਨਲ ਆਫਰ ਲੈਟਰ ਆਪਣਾ ਅਪਲਾਈ ਕਰ ਦਿਓ ਜੀ। ਤੁਹਾਡੀ ਸੀਟ ਰਿਜ਼ਰਵ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡਾ ਸਮਾਂ ਬਚੇ ਤੇ ਆਪਣਾ ਫਿਊਚਰ ਨੂੰ ਲੈ ਕੇ ਤੁਸੀਂ ਸਿਕਿਉਰ ਹੋ। ਠੀਕ ਹੈ। ਅੱਛਾ, ਜਿਹੜੇ ਬੱਚੇ ਹੁਣ +2 ਦਾ ਰਿਜ਼ਲਟ ਜਿਨ੍ਹਾਂ ਦਾ ਆਏਗਾ, ਮਤਲਬ ਉਹਨਾਂ ਨੂੰ ਹਾਲੇ ਵੀ ਸੈਪਟੈਂਬਰ ਇਨਟੇਕ ਮਿਲਣ ਦੇ ਚਾਂਸਸ ਹੈਗੇ ਨੇ? ਨਹੀਂ ਹੈਗੇ। ਅੱਛਾ, ਬਹੁਤ ਘੱਟ ਚਾਂਸ ਨੇ। ਅਨਕੰਡੀਸ਼ਨਲ ਆਫਰ ਲੈਟਰ ਵੀ ਆ ਜਾਵੇ ਤਾਂ ਵੀ ਘੱਟ ਚਾਂਸਸ ਨੇ? ਬਹੁਤ ਘੱਟ ਚਾਂਸਸ ਹੈ। ਸੈਪਟੈਂਬਰ ਇਨਟੇਕ ਆਲਮੋਸਟ ਫੁੱਲ ਹੋ ਚੁੱਕਿਆ ਹੈ। ਠੀਕ ਹੈ। ਹੁਣ ਮੈਂ ਜੋ ਨਵੇਂ ਕੇਸਿਸ ਕੈਨੇਡਾ ਦੇ ਲੈ ਰਹੇ ਹਾਂ, ਐਸਡੀਐਸ ਪ੍ਰੋਫਾਈਲ ਦੇ ਲੈ ਰਹੇ ਹਾਂ, ਤਾਂ ਮੈਂ ਔਨ ਦਾ ਸਪੌਟ ਬੱਚੇ ਨੂੰ ਕਮਿਟ ਕਰਨਾ ਕਿ ਮੈਂ ਤੇਰਾ ਜਨਵਰੀ ਕਰਵਾਉਂਗਾ। ਓਕੇ, ਸੈਪਟੈਂਬਰ ਨਹੀਂ ਹੋਊਗਾ, ਮੈਂ ਜਨਵਰੀ ਇਨਟੇਕ ਬੱਚੇ ਦਾ ਆਫਰ ਲੈਟਰ ਅਪਲਾਈ ਕਰਾਉਂਗਾ। ਗਵਰਨਮੈਂਟ ਪਬਲਿਕ ਕਾਲਜਸ ਹੋਣੇ ਚਾਹੀਦੇ ਜੀ, ਐਸਡੀਐਸ ਪ੍ਰੋਫਾਈਲ ਹੋਣੀ ਚਾਹੀਦੀ ਹੈ। ਜਿਹੜਾ ਬੱਚਾ ਆਫਟਰ +2 ਬਾਹਰ ਜਾਣਾ ਚਾਹੁੰਦਾ ਹੈ, ਕੈਨੇਡਾ ਜਾਣਾ ਚਾਹੁੰਦਾ ਹੈ, ਓਵਰਆਲ 6 ਚਾਹੀਦੇ ਨੇ ਜੀ ਮੈਨੂੰ, ਨਾਟ ਲੈਸ ਦੈਨ 5.5, 1 ਚੋਂ ਹੋਣ, 2 ਚੋਂ ਹੋਣ, ਜਾਂ ਫਿਰ ਤੁਹਾਡੇ ਓਵਰਆਲ 6 ਨਾਟ ਲੈਸ ਦੈਨ 5 ਵੀ ਹੋਣ, ਤਾਂ ਵੀ ਮੈਂ ਕੈਨੇਡਾ ਵੀਜ਼ਾ ਆ ਜਾਏਗਾ। ਠੀਕ ਹੈ ਨਿਤਿੰਦਰ, ਜਿੱਦਾਂ ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹੋ ਨਾ ਨਾਨ ਐਸਡੀਐਸ, ਹੋਰ ਕੰਸਲਟੈਂਟ ਵੀ ਇਹਦਾ ਨਾਨ ਐਸਡੀਐਸ ਨੂੰ ਇਦਾਂ ਹੀ ਜ਼ਿਕਰ ਕਰਦੇ ਨੇ, ਨਾਨ ਐਸਡੀਐਸ ਦਾ ਸਕਸੈਸ ਰੇਟ ਬਹੁਤ ਘੱਟ ਹੈਗਾ ਜਾਂ ਉਹਦੇ ਉੱਤੇ ਵੀ ਕੁਝ ਤਕੜੇ ਮਤਲਬ ਤਰੀਕੇ ਦੇ ਨਾਲ ਇੱਕ ਬਹੁਤ ਜ਼ਿਆਦਾ ਹਾਰਡ ਵਰਕ ਦੀ ਜ਼ਰੂਰਤ ਪੈ ਜਾਂਦੀ ਹੈ? ਹੁਣ ਆਪਾਂ ਗੱਲ ਕਰਦੇ ਹਾਂ ਕਿ ਆਈ ਹੈਡ ਅ 778 ਬੈਂਡ ਸਕੋਰ, ਰਾਈਟ, ਮੈਂ +2 ਕਰੀ ਸੀਗੀ ਜੀ, ਤੇ ਮੈਂ ਅੰਬਰ ਕਾਲਜ ਚੂਜ਼ ਕਰ ਲਿਆ। ਮੈਂ ਕਿਸੇ ਕੰਪਨੀ ਤੋਂ ਆਪਣੀ ਫਾਈਲ ਲਵਾਈ ਤੇ ਕਿਸੇ ਕਾਰਨਵਸ਼ ਮੇਰੀ ਫਾਈਲ ਰਿਫਿਊਜ਼ ਹੋ ਗਈ ਹੈ। ਤੇ ਪਹਿਲੀ ਵਾਰ ਜਦੋਂ ਆਪਾਂ ਫਾਈਲ ਲੌਗਇਨ ਕਰੀ ਤੇ ਉਹ ਐਸਡੀਐਸ ਕੈਟੇਗਰੀ 'ਚ ਸੀਗੀ ਜੀ, ਜਦ ਦੂਜੀ ਵਾਰ ਫਾਈਲ ਲੌਗਇਨ ਕਰਾਂਗੇ ਉਹ ਕੰਸੀਡਰ ਅੰਡਰ ਦ ਨਾਨ ਐਸਡੀਐਸ ਕੈਟੇਗਰੀ ਹੋ ਜਾਣੀ, ਉਸ ਟਾਈਮ ਬੈਂਡ ਸਕੋਰ ਨਹੀਂ ਚੱਲਣੀ ਹੈ। ਚਾਹੇ ਰਿਫਿਊਜ਼ਲ ਆ ਗਈ ਹੈ ਤੁਹਾਡੀ, ਦੂਜੀ ਵਾਰੀ ਲਾ ਰਹੇ ਹੋ ਤੇ ਨਾਨ ਐਸਡੀਐਸ ਹੈ, 2 ਵਾਰ ਰਿਫਿਊਜ਼ ਹੈ ਤਾਂ ਫਾਈਲ ਕੰਸੀਡਰ ਅੰਡਰ ਦ ਨਾਨ ਐਸਡੀਐਸ ਕੈਟੇਗਰੀ ਜਾਊਗੀ। ਓਕੇ, ਤੇ ਉਹੀ ਚੀਜ਼ ਆ ਗਈ ਕਿ ਬੈਂਡ ਸਕੋਰ ਤਾਂ 778 ਹੈ, ਨਾਨ ਐਸਡੀਐਸ ਚ ਫਾਈਲ ਕੰਸੀਡਰ ਹੋ ਰਹੀ, ਬਟ ਕਿਤੇ ਨਾ ਕਿਤੇ ਕਾਲਜ ਤਾਂ ਪਬਲਿਕ ਹੈ ਮੈਡਮ। 2 ਵਾਰ 3 ਵਾਰ 4 ਵਾਰ ਰਿਫਿਊਜ਼ਲਸ ਤੋਂ ਬਾਅਦ ਵੀ ਤੁਹਾਡਾ ਵੀਜ਼ਾ ਆ ਸਕਦਾ ਹੈ ਜੀ। ਕਿਸੇ ਵੀ ਕਾਰਨਵਸ਼ ਨਿਰਾਸ਼ ਨਹੀਂ ਹੋਣਾ, ਤੁਸੀਂ ਇੱਕ ਵਾਰ ਮੈਨੂੰ ਆ ਕੇ ਮਿਲੋ, ਚੰਗੀ ਗਾਈਡੈਂਸ ਲਿਓ ਜੀ। ਜਿਸ ਕੰਟਰੀ ਤੁਹਾਡੀ ਪ੍ਰੋਫਾਈਲ ਮੈਚ ਕਰੂਗੀ, ਜਿਸ ਕੰਟਰੀ 'ਚ ਤੁਹਾਡਾ ਸਕਸੈਸ ਰੇਟ ਚੰਗਾ ਦੇ ਪਾਉਂਗਾ, ਮੈਂ ਉਸ ਕੰਟਰੀ ਬੱਚੇ ਦਾ ਅਪਲਾਈ ਕਰਾਉਂਗਾ ਜੀ। ਬਿਲਕੁਲ ਜੀ। ਸੋ ਸਾਡੇ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ ਵੇਲਾ ਹੋ ਗਿਆ, ਕੀ ਸੁਨੇਹਾ ਸਾਂਝਾ ਕਰੋਗੇ ਸਾਡੇ ਵਿਦਿਆਰਥੀਆਂ ਦੇ ਨਾਲ, ਉਹਨਾਂ ਦੇ ਮਾਪਿਆਂ ਦੇ ਨਾਲ? ਜਿਹੜੇ ਮੇਰੇ ਭੈਣ ਭਰਾ +2 ਕਰ ਰਹੇ ਨੇ ਜੀ, ਜਿਹੜੇ ਆਪਣੇ ਫਿਊਚਰ ਨੂੰ ਲੈ ਕੇ ਬੜੇ ਵਰੀਡ ਹੈ ਜੀ, ਇਹ ਖਾਸ ਉਹਨਾਂ ਬੱਚਿਆਂ ਲਈ ਜਿਹੜਾ ਅੰਬਾਲਾ ਬੈਲਟ ਤੋਂ ਨੇ ਬੱਚੇ, ਹਰਿਆਣਾ ਤੋਂ ਬੱਚੇ ਨੇ, ਆਪਾਂ ਸੈਮੀਨਾਰ ਆਰਗੇਨਾਈਜ਼ ਕਰ ਰਹੇ ਹਾਂ 18 ਮਈ ਦਿਨ ਬੁੱਧਵਾਰ ਦੇ ਵਿੱਚ। ਬਿਲਕੁਲ, ਇਹ ਸਾਡਾ ਸੈਮੀਨਾਰ ਅੰਬਾਲਾ ਸਿਟੀ ਦੇ ਵਿੱਚ ਹੋ ਰਿਹਾ ਹੈ, ਮੋਹਨ ਟੂਲਿਪ ਦੇ ਵਿੱਚ। ਯੂਨੀਵਰਸਿਟੀਜ਼ ਦੇ ਡਾਇਰੈਕਟਲੀ ਰਿਪਰੈਜ਼ੈਂਟੇਟਿਵ ਆ ਕੇ ਤੁਹਾਡੇ ਸਾਹਮਣੇ ਰੂਬਰੂ ਹੋਣਗੇ ਜੀ। ਤੁਸੀਂ ਸਮਾਂ ਬਚਾਓ ਆਪਣਾ, ਚੰਗੀ ਸਲਾਹ ਲਓ ਤੇ ਚੰਗਾ ਭਵਿੱਖ ਬਣਾਓ। ਬਿਲਕੁਲ ਜੀ, ਬਿਲਕੁਲ। ਜਾਣਕਾਰੀ ਸਾਂਝੀ ਕਰਨ ਲਈ, ਰੋਜ਼ੇ ਵਿੱਚੋਂ ਸਮਾਂ ਦੇਣ ਲਈ ਨਿਤਿੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਐਂਡ ਸਾਡੇ ਬਹੁਤ ਪਿਆਰੇ ਦਰਸ਼ਕ ਜਿਹੜੇ ਸਾਨੂੰ ਕਾਲਸ ਕਰ ਰਹੇ ਸੀਗੇ, ਕਾਲਸ ਕਤਾਰ ਵਿਅਸਤ ਹੁੰਦਾ ਕਰਕੇ ਤੁਹਾਡੀ ਨਹੀਂ ਲਈਆਂ ਗਈਆਂ ਹੈਗੀਆਂ, ਸੋ ਤੁਸੀਂ ਇਹ ਨੰਬਰ ਨੋਟ ਕਰ ਲਿਓ, ਸਾਡੇ ਸ਼ੋਅ ਤੋਂ ਬਾਅਦ ਕਾਲ ਕਰ ਲਿਓ। ਔਰ 18 ਮਈ ਨੂੰ ਅੰਬਾਲੇ ਦੇ ਵਿੱਚ ਜਿੱਦਾਂ ਹੁਣੇ ਅਪੀਲ ਕੀਤੀ ਸਾਡੇ ਦਰਸ਼ਕਾਂ ਨੂੰ, ਸੋ ਜਿਹੜੇ ਵੀ ਹਰਿਆਣੇ ਦੇ ਲਾਗੇ ਬੰਨੇ, ਅੰਬਾਲੇ ਦੇ ਲਾਗੇ ਬੰਨੇ ਸਾਡੇ ਦਰਸ਼ਕ ਰਹਿੰਦੇ ਨੇ, ਜ਼ਰੂਰ ਉੱਥੇ ਪਹੁੰਚਣ, ਆਪਣੇ ਮਨਾਂ 'ਚ ਉਂਗੜ ਰਹੇ ਜਿੰਨੇ ਵੀ ਸਵਾਲ ਨੇ ਉਹਨਾਂ ਦੇ ਜਵਾਬ ਜ਼ਰੂਰ ਲੈਣ। ਸੋ ਫਿਰ ਤੋਂ ਹਾਜ਼ਰ ਹੁੰਦੇ, ਰੱਖੋ ਧਿਆਨ, ਧੰਨਵਾਦ, ਸਤਿ ਸ਼੍ਰੀ ਅਕਾਲ।